ਤੁਹਾਡਾ ਪ੍ਰਚਾਰ ਕਿਉਂ ਘਟਿਆ? ਜਥੇਦਾਰ ਸਾਹਿਬਾਨ ਨੂੰ ਇਹ ਵੇਖਣ ਦੀ ਲੋੜ ਸੀ ਕਿ ਪ੍ਰਚਾਰ ਪਿਛਲੇ ਸਮੇਂ ਦੇ ਵਿੱਚ ਕਿਉਂ ਘਟਿਆ ਇੱਥੇ ਸਾਡਾ, ਔਰ ਉਹ ਪ੍ਰਚਾਰ ਅਸੀਂ ਜ਼ਮੀਨ ਤੱਕ ਸਾਡੇ ਗਰੀਬ ਵਰਗ ਤੱਕ ਉਹਨਾਂ ਨੂੰ ਕਿਉਂ ਨਹੀਂ ਸਮਝਾ ਸਕੇ। ਇੱਥੇ ਆਪਾਂ ਕਿਉਂ ਨਾ ਸਕੂਲ ਖੋਲ੍ਹੇ, ਆਪਾਂ ਕਿਉਂ ਨਾ ਕਾਲਜ ਖੋਲ੍ਹ ਸਕੇ। ਸਿਰਫ ਇੱਕ ਪਰਿਵਾਰ ਨੂੰ ਆਪਾਂ ਫੀਡ ਕੀਤਾ ਆ, ਬਾਦਲ ਪਰਿਵਾਰ ਨੂੰ। ਉਹਨਾਂ ਦੀਆਂ ਰੈਲੀਆਂ ਭਰੀਆਂ, ਉਹਨਾਂ ਰੈਲੀਆਂ ਦੇ ਖਰਚੇ ਚੁੱਕੇ, ਉਹਨਾਂ ਨੂੰ ਤੇਲ ਪਾਣੀ ਚੱਲਦਾ ਰਿਹਾ ਤੇ ਅੱਜ ਪ੍ਰਚਾਰ ਕੋਲੋਂ ਅਸੀਂ ਵਿਹੂਣੇ ਹੋ ਗਏ। ਹਰਿਮੰਦਰ ਸਾਹਿਬ ਜਦੋਂ ਲੋਕ ਆਉਂਦੇ ਨੇ, ਤੁਸੀਂ ਇਹ ਵੇਖੋ ਕਿ ਲਿਟਰੇਚਰ ਕਿੰਨਾ ਮਹਿੰਗਾ ਉੱਥੇ ਜਿਹੜੀਆਂ ਠੇਕੇ ਦੀਆਂ ਦੁਕਾਨਾਂ ਦਿੱਤੀਆਂ ਨੇ, ਮਹਿੰਗਾ ਵਿਕਦਾ ਹੈ। ਕੀ ਫ੍ਰੀ ਲਿਟਰੇਚਰ ਇਹ ਦਿੰਦੇ ਕਿਸੇ ਨੂੰ? ਨਹੀਂ। ਕ੍ਰਿਸਚਨ ਭਾਈਚਾਰੇ ਦਾ ਲਿਟਰੇਚਰ ਤੁਸੀਂ ਜਿੰਨੀਆਂ ਕ੍ਰਿਸਚਨ ਕੰਟਰੀ ਨੇ ਉੱਥੇ ਪੁੱਛ ਲਓ ਜਾ ਕੇ, ਜਿਹੜੇ ਸਾਡੇ ਪੰਜਾਬੀ ਸੁਣਨਗੇ ਤੁਹਾਡੀ ਗੱਲ, ਕਿ ਹਰ ਘਰ ਤੱਕ ਉਹ ਪਹੁੰਚ ਕਰਦੇ ਨੇ। ਉਹ ਅੱਜ ਬੰਦੇ ਨੇ ਜਿੰਨੇ ਵੀ ਜ਼ਿੰਦਗੀ ਜਿਉਣੀ ਵਾਸਤੇ ਪੈਸਾ ਚਾਹੀਦਾ, ਜੇ ਸਹੀ ਮਾਇਨੇ 'ਚ ਉਹਨੂੰ ਪੈਸੇ ਹੀ ਨਹੀਂ ਮਿਲਦੇ ਕਿਸੇ ਗ੍ਰੰਥੀ ਸਾਹਿਬ ਨੂੰ, ਤੇ ਉਹ ਵਿਚਾਰਾ ਪ੍ਰਚਾਰ ਕੀ ਕਰੂਗਾ? ਉਹ ਤਾਂ ਸਿਰਫ ਆਪਣੇ ਪਰਿਵਾਰ ਨੂੰ ਗੁਜ਼ਾਰਾ ਕਰਨ ਵਾਸਤੇ ਅੱਗੇ ਲੈ ਕੇ ਜਾਂਦਾ ਹੈ। ਸਾਡੇ ਗੁਰੂ ਘਰ 2-2 4-4 ਕਰੋੜ ਰੁਪਈਆ ਲੱਗੇ, ਏਸੀ ਤੱਕ ਲੱਗੇ ਨੇ ਕਈ ਜਗ੍ਹਾ 'ਤੇ, ਪਰ ਸੰਗਤ ਨਹੀਂ ਜਾਂਦੀ। ਕਾਰਨ ਇਹ ਜਿਹੜੇ ਇੱਥੇ ਬੈਠੇ ਨੇ, ਜਿਹੜੇ ਵੱਡੇ, ਜਿਹੜੇ ਇਹਨਾਂ ਦੇ ਉੱਤੇ ਕਬਜ਼ਾ ਕਰੀ ਬੈਠੇ ਨੇ ਸ਼੍ਰੋਮਣੀ ਕਮੇਟੀ 'ਤੇ, ਇਹ ਜਿਹੜੀ ਸ਼੍ਰੋਮਣੀ ਕਮੇਟੀ ਦੀ ਕਮਾਈ ਹੈ ਇੱਕੇ ਬੰਨੇ ਤੁਰੀ ਜਾ ਰਹੀ ਹੈ। ਜੇ ਅੱਜ ਸਾਡੇ ਬੱਚਿਆਂ ਦਾ ਮੋਹ ਭੰਗ ਹੋਇਆ, ਜੇ ਸਾਡੀ ਗਰੀਬ ਜਨਤਾ ਸਾਡੇ ਤੋਂ ਟੁੱਟੀ ਹੈ, ਤਾਂ ਜ਼ਿੰਮੇਵਾਰ ਕੌਣ ਹੈ? ਅਕਾਲੀ ਦਲ, ਬਾਦਲ ਜ਼ਿੰਮੇਵਾਰ ਹੈ। ਕਿਉਂਕਿ ਜਿਹੜਾ ਪਰਚੀਆਂ ਜੋ ਜਥੇਦਾਰ ਕੱਢਦਾ ਸੀ, ਜਿਹੜਾ ਡਿਸਾਈਡ ਕਰਦਾ ਵੀ ਕਿੰਨੇ ਜਥੇਦਾਰ ਸਾਹਿਬ ਦੀ ਪਵਿੱਤਰ ਜਿਹੜੀ ਜਗ੍ਹਾ ਹੈ ਉਹ ਹੋਲਡ ਕਰਨੀ, ਕਿੰਨੇ ਨਹੀਂ ਕਰਨੀ। ਸਤਿ ਸ਼੍ਰੀ ਅਕਾਲ ਜੀ, ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਜਿਵੇਂ ਕਿ ਹੁਣ ਨਵਾਂ ਇੱਕ ਵਿਵਾਦ ਛਿੜਿਆ, ਜਿਵੇਂ ਕਿ ਜੰਡਿਆਲੇ ਦੇ ਪਿੰਡ ਡੱਡੂਵਾਣਾ ਵਿਖੇ ਈਸਾਈ ਭਾਈਚਾਰੇ ਤੇ ਸਿੱਖਾਂ ਦੇ ਵਿੱਚ ਜਿਹੜਾ ਝਗੜਾ ਹੋਇਆ, ਉਸ ਤੋਂ ਬਾਅਦ ਜੇ ਵੇਖਿਆ ਜਾਵੇ ਤਾਂ ਪੱਟੀ ਦੇ ਪਿੰਡ ਠੱਕਰਪੁਰਾ ਦੇ ਕੋਲ, ਠੱਕਰਪੁਰਾ ਦੇ ਵਿੱਚ ਜਿਹੜੀ ਚਰਚ ਦੀ ਭੰਨਤੋੜ ਕੀਤੀ ਗਈ, ਇਸ ਨੂੰ ਲੈ ਕੇ ਜਿਹੜਾ ਵਿਵਾਦ ਲਗਾਤਾਰ ਭਖਦਾ ਜਾ ਰਿਹਾ। ਇਸ ਸੰਬੰਧ ਵਿੱਚ ਗੱਲਬਾਤ ਕਰਾਂਗੇ। ਸਾਡੇ ਨਾਲ MP ਗੁਰਜੀਤ ਔਜਲਾ ਮੌਜੂਦ ਨੇ। ਹਾਂਜੀ ਔਜਲਾ ਜੀ, ਜਿਵੇਂ ਇਹ ਨਵਾਂ ਵਿਵਾਦ ਸ਼ੁਰੂ ਹੋਇਆ ਈਸਾਈ ਧਰਮ ਦੇ ਪ੍ਰਚਾਰ ਨੂੰ ਲੈ ਕੇ, ਜੋ ਖਬਰਾਂ ਸਾਹਮਣੇ ਆ ਰਹੀਆਂ, ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ? ਦੇਖੋ, ਮੰਦਭਾਗੀ ਘਟਨਾ ਹੈ, ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਸਾਡੇ ਸਮਾਜ ਲਈ, ਸਾਡੇ ਭਾਈਚਾਰੇ ਲਈ ਖਤਰਾ ਨੇ। ਅਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਜਿਹੜੇ ਵੀ ਲੋਕ ਇਹ ਗੱਲਾਂ ਕਰਦੇ ਨੇ ਉਹ ਕਿਸੇ ਦੀ ਟਰੈਪ 'ਚ ਨਾ ਆਉਣ, ਕਿਉਂਕਿ ਦੇਖੋ ਲੰਬੇ ਸਮੇਂ ਤੋਂ BJP ਉੱਥੋਂ ਬਿਆਨ ਦੇ ਰਹੀ ਹੈ ਕਿ ਇਹ ਜਿਹੜਾ ਸਿੱਖਾਂ ਦੇ ਉੱਤੇ ਕ੍ਰਿਸਚਨ ਭਾਈਚਾਰਾ ਜਿਹੜਾ ਹੈ ਉਹ ਕਨਵਰਟ ਹੋ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਸੈਕੂਲਰ ਹਾਂ, ਅਸੀਂ ਸਾਰਿਆਂ ਦਾ ਰਿਸਪੈਕਟ ਕਰਦੇ ਹਾਂ, ਸਾਡੇ 'ਚ ਕੋਈ ਮਸਲਾ ਨਹੀਂ ਗਾ। ਅਤੇ ਉਹ ਇਹਦੇ 'ਤੇ ਬਿਆਨ ਦਿੰਦੇ ਆ ਰਹੇ, ਔਰ ਉਹਨਾਂ ਨੂੰ ਹੁਣ ਹੌਲੀ ਇਹ ਕੰਮ ਮਤਲਬ ਉਹ ਕੁਛ ਲੋਕਾਂ ਨੇ ਇਹਦਾ ਵਿਰੋਧ ਕੀਤਾ ਹੈ, ਜਿਹਦੇ 'ਚ ਤਣਾਅ ਵਧਿਆ ਹੈ, ਔਰ ਅੱਗੇ ਵੀ ਵਧੇਗਾ ਜੇ ਇਹ ਹਾਲਾਤ ਰਹੇ ਤਾਂ। ਇਸ ਸੰਬੰਧ ਦੇ ਵਿੱਚ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦਾ ਬਿਆਨ ਨਿਕਲ ਕੇ ਸਾਹਮਣੇ ਆਉਂਦਾ। ਇੱਕ ਬਿਆਨ ਉਹਨਾਂ ਦਾ ਕਿ ਜਿਹੜਾ ਇਹ ਪ੍ਰਚਾਰ ਹੋ ਰਿਹਾ ਗਲਤ ਹੋ ਰਿਹਾ, ਇਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ। ਬਿਲਕੁਲ, ਉਹ ਵੀ ਜਥੇਦਾਰ ਸਾਹਿਬ ਸਾਡੇ ਸਿਰਮੌਰ ਨੇ, ਔਰ ਸਾਰੇ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਆ, ਪਰ ਅਜਿਹਾ ਬਿਆਨ ਨਹੀਂ ਸੀ ਦੇਣਾ ਚਾਹੀਦਾ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹ ਬਿਆਨ ਦੇਣ ਦੇ ਨਾਲੋਂ ਜਥੇਦਾਰ ਸਾਹਿਬ ਇਹ ਚਿੰਤਾ ਕਰਨ ਵੀ ਸਾਡਾ ਪ੍ਰਚਾਰ ਕਿਉਂ ਘਟਿਆ, ਸਾਡੇ 'ਚ ਲੋਕਾਂ ਦਾ ਫੇਥ ਕਿਉਂ ਘਟਿਆ। ਪਿਛਲੇ ਸਮੇਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਆ ਸਾਡਾ, ਕਿਉਂਕਿ ਸਾਡੇ ਇੱਕ ਪਿੰਡ ਜਿਹੜਾ ਇੱਕ ਸਾਂਝਾ ਆ, ਉਹਦੇ 'ਚ ਬੈਕਵਰਡ ਕਲਾਸ ਵੀ ਆ, ਸ਼ਡਿਊਲ ਕਾਸਟ ਵੀ ਆ, ਉਹਦੇ 'ਚ ਜ਼ਿਮੀਂਦਾਰ ਵੀ ਆ, ਹਰ ਤਰ੍ਹਾਂ ਦੀ ਜਾਤ ਬਰਾਦਰੀ ਉਹਦੇ 'ਚ ਹੈਗੀ ਆ। ਇੱਕ ਭਾਈਚਾਰਾ ਸੀ, ਗੁਰੂ ਘਰ 'ਚ ਬਹਿੰਦੇ ਸੀ। ਚਲੋ ਠੀਕ ਹੈ, ਕਿਸੇ ਦੀ ਮੰਨਣਾ, ਕਿਸੇ ਨੂੰ ਨਹੀਂ, ਘੱਟ ਮੰਨਣਾ, ਵੱਧ ਮੰਨਣਾ, ਵੱਖਰੀ ਗੱਲ ਸੀ, ਪਰ ਇਕੱਠੇ ਮਿਲ ਕੇ ਸਿਰ ਜੋੜ ਕੇ ਸਾਰੇ ਕੰਮ ਕਰਦੇ ਸੀ। ਅੱਜ ਉਹ ਸਾਡੇ ਤੋਂ ਦੂਰ ਕਿਉਂ ਹੋਏ ਆ? ਤੁਹਾਡਾ ਪ੍ਰਚਾਰ ਕਿਉਂ ਘਟਿਆ? ਜਥੇਦਾਰ ਸਾਹਿਬਾਨ ਨੂੰ ਇਹ ਵੇਖਣ ਦੀ ਲੋੜ ਸੀ ਕਿ ਪ੍ਰਚਾਰ ਪਿਛਲੇ ਸਮੇਂ ਦੇ ਵਿੱਚ ਕਿਉਂ ਘਟਿਆ ਇੱਥੇ ਸਾਡਾ, ਔਰ ਉਹ ਪ੍ਰਚਾਰ ਅਸੀਂ ਜ਼ਮੀਨ ਤੱਕ, ਸਾਡੇ ਗਰੀਬ ਵਰਗ ਤੱਕ ਉਹਨਾਂ ਨੂੰ ਕਿਉਂ ਨਹੀਂ ਸਮਝਾ ਸਕੇ ਵੀ ਗੁਰੂ ਗ੍ਰੰਥ ਸਾਹਿਬ, ਜਿਹੜੇ ਸਾਡੇ ਸੈਕੂਲਰ ਸੋਚ, ਜਿਨ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਜਦੋਂ ਸ਼ੁਰੂ ਹੋਈ ਹੈ, ਇਹ ਸਾਰੀਆਂ ਬਾਣੀਆਂ ਜਿਹੜੀਆਂ ਉਹਦੇ 'ਚ ਦਰਜ ਨੇ, ਜਾਤ ਪਾਤ ਧਰਮ ਤੋਂ ਉੱਤੇ ਉੱਠ ਕੇ ਇੱਕ ਸੰਦੇਸ਼ ਹੈ ਸਮੁੱਚੀ ਮਾਨਵਤਾ ਲਈ, ਜਿਹਦੀ ਇੱਕ ਵੱਡੀ ਮਿਸਾਲ ਹੈ ਕਿ ਸਾਰੇ ਜਦੋਂ ਹਰਿਮੰਦਰ ਸਾਹਿਬ ਤੁਸੀਂ ਦੇਖੋ, ਖਾਸ ਕਰਕੇ ਕਿਉਂਕਿ ਅਸੀਂ ਇੱਥੇ ਜ਼ਿਆਦਾ ਇੱਥੇ ਆਪਾਂ ਮਤਲਬ ਆਉਂਦੇ ਜਾਂਦੇ ਹਾਂ, ਸਾਰੇ ਧਰਮਾਂ ਦੇ ਲੋਕ ਬਗੈਰ ਕਿਸੇ ਮਤਲਬ ਜਾਤ ਪਾਤ ਤੋਂ, ਕਿਸੇ ਮੰਨਣ ਜਾਂ ਨਾ ਮੰਨਣ ਵਾਲੇ ਤੋਂ, ਸਾਰੇ ਨਤਮਸਤਕ ਹੁੰਦੇ ਨੇ ਉੱਥੇ ਆ ਕੇ। ਤੋ ਇਸ ਕਰਕੇ ਤਾਂ ਨਹੀਂ ਹੁੰਦੇ ਕਿ ਅਸੀਂ ਸਾਨੂੰ ਹੀ ਕੋਈ ਕਹੇ ਅਸੀਂ ਸਿੱਖ ਬੜੇ ਖਾਸ ਆ, ਨਹੀਂ। ਗੁਰੂ ਨਾਨਕ ਦੇਵ ਦਾ ਜਿਹੜਾ ਫਲਸਫਾ ਸੀ ਉਹ ਬੜਾ ਖਾਸ ਆ। ਗੁਰੂ ਗ੍ਰੰਥ ਸਾਹਿਬ 'ਚ ਜਿਹੜੀਆਂ ਬਾਣੀਆਂ ਨੇ, ਉਹਨਾਂ ਦੀ ਜਿਹੜਾ ਚਾਨਣ ਆ ਉਹ ਬੜੀ ਸਮੁੱਚੀ ਸ੍ਰਿਸ਼ਟੀ ਦੇ ਵਿੱਚ ਜਾਂਦਾ ਹੈ, ਉਹਨੂੰ ਮੰਨ ਕੇ ਉਹ ਲੋਕ ਆਉਂਦੇ ਨੇ। ਪਰ ਇਹ ਜਥੇਦਾਰ ਸਾਹਿਬਾਨ ਨੂੰ ਇਹ ਪੁੱਛਣਾ ਚਾਹੀਦਾ ਸੀ ਕਿ ਪਿਛਲੇ ਸਮੇਂ ਦੇ ਵਿੱਚ ਇਹ ਬਾਣੀ ਕਿਉਂ ਨਹੀਂ ਗਈ ਲੋਕਾਂ ਤੱਕ, ਕਿਉਂ ਲੋਕਾਂ ਨੇ ਉੱਧਰ ਨੂੰ ਜਾਣਾ ਮਹਿਸੂਸ ਕੀਤਾ। ਫਿਰ ਦੂਜੀ ਗੱਲ, ਉਹ ਲੋਕ ਆਰਥਿਕ ਤੌਰ 'ਤੇ ਕਮਜ਼ੋਰ ਨੇ, ਅਤੇ ਜਥੇਦਾਰ ਸਾਹਿਬ ਇਹ ਵੀ ਇਹਨਾਂ ਨੂੰ ਪੁੱਛ ਲਓ, ਸ਼੍ਰੋਮਣੀ ਕਮੇਟੀ ਨੂੰ, ਤਾਂ ਗੁਰੂ ਰਾਮਦਾਸ ਹਸਪੀਟਲ ਹੈ, ਉਹਦੇ 'ਤੇ ਕਿੰਨਾ ਇਲਾਜ ਲਈ ਪੈਸਾ ਲੱਗਦਾ, ਜਦ ਕਿ ਅਸੀਂ ਗੁਰੂ ਦੀ ਗੋਲ ਗਰੀਬ ਦਾ ਮੂੰਹ ਹੈ, ਸਾਡਾ ਬਜਟ ਬਹੁਤ ਵੱਡਾ ਹੈ ਸ਼੍ਰੋਮਣੀ ਕਮੇਟੀ ਦਾ, ਅਤੇ ਕਿਉਂ ਨਹੀਂ ਭਾਈ ਸਾਹਿਬ ਆਪਾਂ ਉੱਥੇ ਮਤਲਬ ਗਰੀਬਾਂ ਲਈ ਫ੍ਰੀ ਇਲਾਜ ਕਰ ਸਕਦੇ। ਅੱਜ ਸਾਰੇ ਇਲਾਕਿਆਂ 'ਚ ਚਲੇ ਜਾਓ, ਕ੍ਰਿਸਚੈਨਿਟੀ ਨੇ ਸਕੂਲ ਖੋਲ੍ਹੇ ਨੇ ICSE, ਜਿਸ 'ਚ ਗਰੀਬਾਂ ਦਾ ਕੋਈ ਵੀ ਬੱਚਾ ਪੜ੍ਹੇ,
ਬਹੁਤ ਘੱਟ ਫੀਸ ਲੈਂਦੇ ਨੇ, ਕਈ ਜਗ੍ਹਾ 'ਤੇ ਘੱਟ ਲੈਂਦੇ, ਕਈ ਜਗ੍ਹਾ ਫ੍ਰੀ ਵੀ ਦਿੰਦੇ ਨੇ। ਤੇ ਆਪਾਂ ਕਿਉਂ ਨਹੀਂ ਸਕੂਲ ਖੋਲ੍ਹੇ ਜੀ? ਆਪਣਾ ਤਾਂ ਜਿਹੜਾ ਪੰਜਾਬ ਹੈ ਇਹ ਤਾਂ ਸਿੱਖਾਂ ਦੀ ਲੈਂਡ ਮਤਲਬ ਮੰਨਿਆ ਜਾਂਦਾ ਕਿ ਸਿੱਖ ਲੈਂਡ ਹੈ। ਇੱਥੇ ਆਪਾਂ ਕਿਉਂ ਨਾ ਸਕੂਲ ਖੋਲ੍ਹੇ? ਆਪਾਂ ਕਿਉਂ ਨਾ ਕਾਲਜ ਖੋਲ੍ਹ ਸਕੇ? ਸਿਰਫ ਇੱਕ ਪਰਿਵਾਰ ਨੂੰ ਆਪਾਂ ਫੀਡ ਕੀਤਾ ਆ, ਬਾਦਲ ਪਰਿਵਾਰ ਨੂੰ। ਉਹਨਾਂ ਦੀਆਂ ਰੈਲੀਆਂ ਭਰੀਆਂ, ਉਹਨਾਂ ਰੈਲੀਆਂ ਦੇ ਖਰਚੇ ਚੁੱਕੇ, ਉਹਨਾਂ ਨੂੰ ਤੇਲ ਪਾਣੀ ਚੱਲਦਾ ਰਿਹਾ, ਅਤੇ ਅੱਜ ਪ੍ਰਚਾਰ ਖਣੋ ਅਸੀਂ ਵਿਹਣੇ ਹੋ ਗਏ। ਅਤੇ ਕੁਦਰਤੀ ਗੱਲ ਹੈ, ਜਿਹੜਾ ਬੰਦਾ ਜਦੋਂ ਪ੍ਰਚਾਰ ਕਰੂਗਾ, ਜਿਹੜੇ ਲੋਕ ਬੈਠੇ ਨੇ, ਜਦੋਂ ਸਾਡਾ ਪਤਾ ਹੀ ਨਹੀਂਗਾ, ਅਸੀਂ ਉਹਨਾਂ ਨੂੰ ਦੂਰ ਕਰ ਬੈਠੇ, ਅਤੇ ਫਿਰ ਉਹਨਾਂ ਕਿਸੇ ਨਾ ਕਿਸੇ ਬੰਨੇ 'ਤੇ ਉਹਨਾਂ ਜਾਣਾ ਆ। ਉਹ ਤਦ ਹੀ ਆਉਣਗੇ ਜੇ ਤੁਸੀਂ ਪ੍ਰਚਾਰ ਕਰੋਗੇ। ਹਰਿਮੰਦਰ ਸਾਹਿਬ ਜਦੋਂ ਲੋਕ ਆਉਂਦੇ ਨੇ, ਤੁਸੀਂ ਇਹ ਵੇਖੋ ਕਿ ਲਿਟਰੇਚਰ ਕਿੰਨਾ ਮਹਿੰਗਾ, ਉੱਥੇ ਜਿਹੜੀਆਂ ਠੇਕੇ ਦੀਆਂ ਦੁਕਾਨਾਂ ਦਿੱਤੀਆਂ ਨੇ, ਮਹਿੰਗਾ ਵਿਕਦਾ ਆ। ਕੀ ਫ੍ਰੀ ਲਿਟਰੇਚਰ ਇਹ ਦਿੰਦੇ ਕਿਸੇ ਨੂੰ? ਨਹੀਂ। ਕ੍ਰਿਸਚਨ ਭਾਈਚਾਰੇ ਦਾ ਲਿਟਰੇਚਰ, ਤੁਸੀਂ ਜਿੰਨੀਆਂ ਕ੍ਰਿਸਚਨ ਕੰਟਰੀ ਨੇ ਉੱਥੇ ਪੁੱਛ ਲਓ ਜਾ ਕੇ, ਜਿਹੜੇ ਸਾਡੇ ਪੰਜਾਬੀ ਸੁਣਨਗੇ ਤੁਹਾਡੀ ਗੱਲ, ਕਿ ਹਰ ਘਰ ਤੱਕ ਉਹ ਪਹੁੰਚ ਕਰਦੇ ਨੇ। ਪੁੱਛਦੇ ਕਿ ਤੁਹਾਡੀ ਲੈਂਗੁਏਜ ਕੀ ਹੈ? ਤੁਸੀਂ ਤਾਮਿਲ ਜਾਣਦੇ ਜੇ, ਤੁਸੀਂ ਹਿੰਦੀ ਜਾਣਦੇ ਜੇ, ਤੁਸੀਂ ਉਰਦੂ ਜਾਣਦੇ ਜੇ, ਪੁਸ਼ਤੈਨੀ ਜਾਣਦੇ ਜੇ, ਪੰਜਾਬੀ ਜਾਣਦੇ ਜੇ, ਕਿਹੜੀ ਤੁਹਾਡੀ ਲੈਂਗੁਏਜ? ਉਹ ਲੈਂਗੁਏਜ ਦਾ ਲਿਟਰੇਚਰ ਤੁਹਾਨੂੰ ਕੱਢ ਕੇ ਦਿੰਦੇ। ਵੀ ਤੁਸੀਂ ਲੋਕੀ ਕਹਿੰਦੇ, ਕਈ ਵਾਰੀ ਮਨਾ ਕਰਦੇ ਵੀ ਨਹੀਂ ਅਸੀਂ ਪੜ੍ਹਦੇ ਨਹੀਂ, ਉਹ ਕਹਿੰਦੇ ਰੱਖ ਲਿਓ, ਜਦੋਂ ਕਿਤੇ ਜੀ ਕਰੂ 2 ਵਰਕੇ ਪੜ੍ਹ ਲਿਓ। ਪ੍ਰਚਾਰ ਤੇ ਹੋਇਆ ਇਹ, ਅਸੀਂ ਇਹਨੂੰ ਬੰਨ੍ਹਤਾ ਰੱਖ ਕੇ ਅਸੀਂ ਕਿਤੇ ਧਿਆਨ ਹੀ ਨਹੀਂ ਦਿੱਤਾ ਕਿ ਅਸੀਂ ਜਦੋਂ ਦਰਬਾਰ ਸਾਹਿਬ ਲੱਖ ਬੰਦਾ ਆਉਂਦਾ ਆ, ਵੀ ਭਾਈ ਉਹਨੂੰ ਜਾਂਦਿਆਂ ਕੋਈ ਲਿਟਰੇਚਰ ਹੀ ਦੇ ਦਈਏ ਥੋੜ੍ਹਾ ਬਹੁਤਾ, ਵੀ ਸਾਡਾ ਲਿਟਰੇਚਰ ਪੜ੍ਹੋ, ਵੀ ਸਾਡਾ ਇਤਿਹਾਸ ਬਹੁਤ ਮਨਮੱਤਾ ਹੈ। ਕਿਉਂਕਿ ਦੇਖੋ, ਜਿੰਨਾ ਚਿਰ ਆਦਮੀ ਇਹਨੂੰ ਜਾਣੂਗਾ ਨਹੀਂ, ਪੜ੍ਹੂਗਾ ਨਹੀਂ, ਉਹਨਾਂ ਚਿਰ ਆਦਮੀ ਇਹ ਗੱਲ ਸਮਝ ਨਹੀਂ ਸਕਦਾ। ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਿਛਲੇ ਸਮੇਂ ਬੇਅਦਬੀਆਂ ਕੀਤੀਆਂ ਨੇ, ਕੀ ਤੁਸੀਂ ਸਮਝਦੇ ਨਾ ਗੁਰੂ ਗ੍ਰੰਥ ਸਾਹਿਬ ਸਮਝਿਆ? ਉਹਨਾਂ ਸਮਝਿਆ ਹੀ ਨਹੀਂ। ਇਹਦੀ ਸਜ਼ਾ ਤਾਂ ਇਹਨਾਂ ਨੂੰ ਮਿਲਣੀ ਚਾਹੀਦੀ ਹੈ। ਪਰ ਉਹ ਕਿਉਂਕਿ ਮਤਲਬ ਬਹੁਤਾਤ ਲੋਕ ਇਹਨਾਂ ਚੀਜ਼ਾਂ ਤੋਂ ਕਈ ਵਾਰੀ ਜਾਣੂ ਹੁੰਦੇ ਹੋਏ ਵੀ ਪਿੱਠ ਕਰ ਲੈਂਦੇ ਇਹਨਾਂ ਚੀਜ਼ਾਂ ਵੱਲ, ਜਦ ਕਿ ਪਤਾ ਲੋਕਾਂ ਸਾਰਿਆਂ ਨੂੰ ਆ ਕਿ ਅਸੀਂ ਪਿਛਲੇ ਸਮੇਂ 'ਚ ਜਿਹੜਾ ਪ੍ਰਚਾਰ ਤੋਂ ਅਸੀਂ ਪਿੱਛੇ ਲੈ ਗਏ ਹਾਂ, ਉਹੀ ਇੱਕ ਵੱਡਾ ਕਾਰਨ ਹੈ। ਉਹਨਾਂ ਸਭ ਤੁਹਾਨੂੰ ਇਹ ਕੀ ਲੱਗਦਾ, ਸਿੱਧੇ ਸ਼ਬਦਾਂ ਵਿੱਚ ਗੱਲ ਕਰਾਂ ਤਾਂ ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਚਾਰ ਦੇ ਵਿੱਚ ਕਿਤੇ ਨਾ ਕਿਤੇ ਕਮੀ, ਜਿਸ ਦੇ ਕਾਰਨ ਕ੍ਰਿਸਚਨਾਂ ਦਾ ਜਿਹੜਾ ਪ੍ਰਚਾਰ ਆ ਉਹ ਹੈਵੀ ਹੋ ਰਿਹਾ ਸਾਡੇ ਉੱਤੇ? ਬਿਲਕੁਲ। ਤੁਸੀਂ ਪਿੰਡਾਂ ਦੇ ਵਿੱਚ ਤੁਸੀਂ ਚਲੇ ਜਾਓ, ਉਹਨਾਂ ਦਾ ਇੱਕ ਡਿਸਿਪਲਿਨ ਹੈ। ਭਾਵੇਂ ਛੋਟਾ ਕਮਰਾ ਹੀ ਹੈ, ਪੱਖਾ ਲੱਗਾ ਹੋਵੇ, ਇੱਕ ਉਹਨਾਂ ਦਾ ਪਾਸਟਰ ਆਉਂਦਾ ਹੈ ਜਾਂ ਜਿਹੜਾ ਪ੍ਰਚਾਰਕ ਆਉਂਦਾ ਆ, ਉਹਨੇ ਬਿਲਕੁਲ ਵੈਲ ਡਰੈਸਡ, ਉਹਨੂੰ ਲੋਕੀ ਸਾਰੇ ਬੜੀ ਇੱਜ਼ਤ ਨਾਲ ਗਾਉਂਦੇ। ਸਾਡੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗ੍ਰੰਥੀ ਸਾਹਿਬ ਪ੍ਰਚਾਰ ਕਰਦੇ ਆ, ਤੁਸੀਂ ਉਹਨਾਂ ਦੇ ਘਰਾਂ ਦੀ ਹਾਲਤ ਵੇਖ ਲਓ, ਉਹਨਾਂ ਦੀ ਹਾਲਤ ਵੇਖ ਲਓ। ਉਹ ਵਿਚਾਰੇ ਆਪਣੀ ਆਰਥਿਕ ਮਜਬੂਰੀ ਨੂੰ ਗ੍ਰੰਥੀ ਬਣਦੇ ਨੇ। ਕੀਰਤਨੀਏ ਸਾਹਿਬ, ਕੀਰਤਨੀ ਜਿਹੜੇ ਸਾਡੇ ਬਣਦੇ ਨੇ ਕੌਮ ਦੇ, ਤੁਸੀਂ ਉਹ ਕਈ ਨਾ ਕੋਈ ਆਪਣੀ ਫਰਿਆਦ ਲੈ ਕੇ ਪਹੁੰਚੇ ਹੁੰਦੇ ਨੇ ਕਿ ਸਾਨੂੰ ਲੋਕ, ਸਾਡੇ ਨਾਲ ਸਹੀ ਵਿਹਾਰ ਨਹੀਂ ਹੁੰਦਾ। ਕੌਣ ਨਹੀਂ ਕਰਦੇ? ਜਦ ਕਿ ਬਹੁਤ ਤਾਤ ਇੱਥੇ ਸਿੱਖਿਆ ਸੀ। ਜੇ ਸਾਡੇ ਵੀ ਇੱਥੇ ਉਹਨਾਂ ਨੂੰ ਸਹੀ ਮਤਲਬ ਦੇਖੋ, ਅੱਜ ਬੰਦੇ ਨੇ ਜਿੰਨੇ ਵੀ ਜ਼ਿੰਦਗੀ ਜਿਉਣੀ ਵਾਸਤੇ ਪੈਸਾ ਚਾਹੀਦਾ, ਜੇ ਸਹੀ ਮੈਨੇ 'ਚ ਉਹਨੂੰ ਪੈਸੇ ਹੀ ਨਹੀਂ ਮਿਲਦੇ ਕਿਸੇ ਗ੍ਰੰਥੀ ਸਾਹਿਬ ਨੂੰ, ਅਤੇ ਉਹ ਵਿਚਾਰਾ ਪ੍ਰਚਾਰ ਕੀ ਕਰੂਗਾ? ਉਹ ਤਾਂ ਸਿਰਫ ਆਪਣੇ ਪਰਿਵਾਰ ਨੂੰ ਗੁਜ਼ਾਰਾ ਕਰਨ ਵਾਸਤੇ ਅੱਗੇ ਲੈ ਕੇ ਜਾਂਦਾ ਆ। ਅੱਜ ਜਿਹੜਾ ਕ੍ਰਿਸਚਨ ਭਾਈਚਾਰਾ ਆ, ਉਹ ਉਹਨਾਂ ਨੂੰ ਕਿੱਥੋਂ ਆ ਰਿਹਾ, ਕਿਵੇਂ ਆ ਰਿਹਾ? ਉਹਨਾਂ ਨੂੰ ਪੂਰੇ ਫੰਡਸ ਮਿਲਦੇ ਨੇ, ਉਹਨਾਂ ਦੇ ਬੰਦੇ ਪ੍ਰਚਾਰਕ ਨੇ, ਉਹਨਾਂ ਨੇ ਵੈਲ ਡਰੈਸਡ ਹੁੰਦੇ ਨੇ। ਜਿੱਥੇ ਮਰਜ਼ੀ ਜਾ ਕੇ ਵੇਖ ਲਓ, ਸਾਡੇ ਗੁਰੂ ਘਰ 2-2 4-4 ਕਰੋੜ ਰੁਪਈਆ ਲੱਗੇ, ਏਸੀ ਤੱਕ ਲੱਗੇ ਨੇ ਕਈ ਜਗ੍ਹਾ 'ਤੇ, ਪਰ ਸੰਗਤ ਨਹੀਂ ਜਾਂਦੀ। ਕਾਰਨ ਇਹ ਜਿਹੜੇ ਇੱਥੇ ਬੈਠੇ ਨੇ, ਜਿਹੜੇ ਵੱਡੇ, ਜਿਹੜੇ ਇਹਨਾਂ ਦੇ ਉੱਤੇ ਕਬਜ਼ਾ ਕਰੀ ਬੈਠੇ ਨੇ ਸ਼੍ਰੋਮਣੀ ਕਮੇਟੀ 'ਤੇ, ਇਹ ਜਿਹੜੀ ਇਹ ਸ਼੍ਰੋਮਣੀ ਕਮੇਟੀ ਦੀ ਕਮਾਈ ਹੈ ਇੱਕੇ ਬੰਨੇ ਤੁਰੀ ਜਾ ਰਹੀ ਹੈ। ਔਰ ਉਹ ਲੋਕ ਜਿਹੜੇ ਨੇ, ਉਹ ਜਿਹੜੇ ਪ੍ਰਚਾਰ ਵਾਸਤੇ ਲੱਗਣੀ ਸੀ, ਜਿਹੜਾ ਇਹਨਾਂ ਦਾ ਪ੍ਰਚਾਰਕ ਜਾਂਦਾ, ਗੁਰੂ ਘਰ ਜਾਂਦਾ, ਜੇ ਗੁਰੂ ਘਰ 'ਚੋਂ ਵੇਖਦਾ ਵੀ ਗਰੀਬ ਨਹੀਂ ਆਏ, ਤਾਂ ਪੁੱਛਦਾ ਉੱਥੇ ਵੀ ਗਰੀਬ ਕਿਉਂ ਨਹੀਂ ਆਏ? ਬਾਬੇ ਦੀ ਬਾਣੀ ਤੇ ਸਾਰਿਆਂ ਵਾਸਤੇ ਸੀ, ਇਹ ਕਿਉਂ ਨਹੀਂ ਆਏ? ਉਹਨਾਂ ਨੂੰ ਪੁੱਛਦਾ, ਘਰੋਂ ਸੱਦਦਾ, ਵੀ ਦੱਸੋ ਵੀ ਤੁਹਾਨੂੰ ਇਸ ਗੁਰੂ ਘਰ 'ਚ ਕੋਈ ਪ੍ਰੋਬਲਮ ਹੈ, ਤੁਹਾਨੂੰ ਆਉਣ ਤੋਂ ਰੋਕਦਾ ਹੈ, ਤੁਹਾਨੂੰ ਕੋਈ ਬਹਿਣ ਤੋਂ ਰੋਕਦਾ ਆ? ਆਪੇ ਉਹ ਨਾ ਉੱਧਰ ਜਾਂਦੇ। ਆਪਾਂ ਦੇ ਇੱਕ ਲੀਕ ਖਿੱਚਤੀ, ਅਤੇ ਫਿਰ ਆਪਾਂ ਹੁਣ ਕਿਉਂ ਕਿਸੇ ਦਾ ਗੁੱਸਾ ਕਰਦੇ ਹਾਂ? ਅਤੇ ਮੈਂ ਨਿਹੰਗ ਸਿੰਘਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ, ਤੁਸੀਂ ਗੁਰੂ ਦੀਆਂ ਲਾਡੀਆਂ ਫੌਜਾਂ ਜੇ, ਤੁਸੀਂ ਇਹਨਾਂ ਨੂੰ ਪੁੱਛੋ ਵੀ ਤੁਹਾਡੇ ਪ੍ਰਚਾਰਕ ਕਿੱਥੇ ਨੇ? ਤੁਸੀਂ ਤੁਸੀਂ ਗ੍ਰੰਥੀ ਸਿੰਘਾਂ ਨੂੰ ਕਿੰਨੀ ਕੁ ਤਨਖਾਹ 'ਤੇ ਪੈਨਸ਼ਨ ਦਿੰਦੇ ਜੇ? ਸਭ ਤੋਂ ਮਹਿੰਗਾ ਇਲਾਜ ਇੱਥੇ ਗੁਰੂ ਰਾਮਦਾਸ ਹਸਪੀਟਲ ਹੈ, ਜਾ ਕੇ ਇੱਥੇ ਪਤਾ ਕਰ ਲਿਓ। ਤੁਹਾਡੇ ਸਾਹਮਣੇ ਤੁਸੀਂ ਸਕੈਂਡਲ ਕੱਢਦੇ ਰਹਿੰਦੇ ਜੇ ਕੋਈ ਨਾ ਕੋਈ ਉਹਦਾ। ਉਹ ਸ਼੍ਰੋਮਣੀ ਕਮੇਟੀ ਦਾ ਗੁਰੂ ਦੀ ਗੋਲਕ ਨਾਲ ਚੱਲਣ ਵਾਲਾ ਹਸਪੀਟਲ ਹੈ। ਕਦੀ ਪੁੱਛਿਆ ਕਿਸੇ ਨੇ ਇਹਨਾਂ ਨੂੰ ਵੀ ਤੁਸੀਂ ਹਸਪਤਾਲ ਵੀ ਇੱਥੇ, ਜਿੱਥੇ ਜਿਹੜਾ ਕਿ ਮਤਲਬ ਸਾਡਾ ਧੁਰਾ ਹੈ ਸਿੱਖੀ ਦਾ, ਹਰਿਮੰਦਰ ਸਾਹਿਬ ਇੱਥੋਂ ਚੱਲਦੀ ਹੈ, ਪਰ ਉੱਥੇ ਜਿਹੜੇ ਹਸਪੀਟਲ, ਕੀ ਇਹਨਾਂ ਨੇ ਕੋਈ ਇਹੋ ਜਿਹਾ ਹਸਪੀਟਲ ਬਣਾਇਆ ਵੀ ਜਿੱਥੇ ਗਰੀਬ ਗੁਰਬਾ ਜਾ ਕੇ ਉੱਥੇ ਆਪਣਾ ਇਲਾਜ ਕਰਾ ਸਕੇ? ਕੋਈ ਬਣਾਇਆ? ਉੱਥੇ ਗਰੀਬ ਉਹ ਫ੍ਰੀ ਦਵਾਈਆਂ ਵੀ ਵੰਡਦੇ ਆ। ਫਿਰ ਇਹ ਕਹਿੰਦੇ ਲੋਕ ਜਾਂਦੇ ਕਿਉਂ ਆ? ਅਗਲਾ ਤਾਂ ਆਪਣੀ ਮਜਬੂਰੀ ਨੂੰ ਚਲੇ ਜਾਂਦਾ। ਫਿਰ ਕੁਦਰਤੀ ਗੱਲ ਜਿਹਦੀ ਉਹ ਸਿੱਖਿਆ ਦਿੰਦੇ ਆ, ਉਹ ਅਡਾਪਟ ਕਰ ਲੈਂਦੇ ਆ। ਮੂੰਹ ਹੈ, ਸਾਡਾ ਬਜਟ ਬਹੁਤ ਵੱਡਾ ਹੈ ਸ਼੍ਰੋਮਣੀ ਕਮੇਟੀ ਦਾ, ਅਤੇ ਕਿਉਂ ਨਹੀਂ ਭਾਈ ਸਾਹਿਬ ਆਪਾਂ ਉੱਥੇ ਮਤਲਬ ਗਰੀਬਾਂ ਲਈ ਫ੍ਰੀ ਇਲਾਜ ਕਰ ਸਕਦੇ? ਅੱਜ ਸਾਰੇ ਇਲਾਕਿਆਂ 'ਚ ਚਲੇ ਜਾਓ, ਕ੍ਰਿਸਚੈਨਿਟੀ ਨੇ ਸਕੂਲ ਖੋਲ੍ਹੇ ਨੇ, ICSE
ਜਿਹ 'ਚ ਗਰੀਬਾਂ ਦਾ ਕੋਈ ਵੀ ਬੱਚਾ ਪੜ੍ਹੇ। ਬਹੁਤ ਘੱਟ ਫੀਸ ਲੈਂਦੇ ਨੇ, ਕਈ ਜਗ੍ਹਾ 'ਤੇ ਘੱਟ ਲੈਂਦੇ, ਕਈ ਜਗ੍ਹਾ ਫ੍ਰੀ ਵੀ ਦਿੰਦੇ ਨੇ। ਤੇ ਆਪਾਂ ਕਿਉਂ ਨਹੀਂ ਸਕੂਲ ਖੋਲ੍ਹੇ ਜੀ? ਆਪਣਾ ਤਾਂ ਜਿਹੜਾ ਪੰਜਾਬ ਹੈ ਇਹ ਤਾਂ ਸਿੱਖਾਂ ਦੀ ਲੈਂਡ ਮਤਲਬ ਮੰਨਿਆ ਜਾਂਦਾ ਕਿ ਸਿੱਖ ਲੈਂਡ ਹੈ। ਇੱਥੇ ਆਪਾਂ ਕਿਉਂ ਨਾ ਸਕੂਲ ਖੋਲ੍ਹੇ? ਆਪਾਂ ਕਿਉਂ ਨਾ ਕਾਲਜ ਖੋਲ੍ਹ ਸਕੇ? ਸਿਰਫ ਇੱਕ ਪਰਿਵਾਰ ਨੂੰ ਆਪਾਂ ਫੀਡ ਕੀਤਾ ਆ, ਬਾਦਲ ਪਰਿਵਾਰ ਨੂੰ। ਉਹਨਾਂ ਦੀਆਂ ਰੈਲੀਆਂ ਭਰੀਆਂ, ਉਹਨਾਂ ਰੈਲੀਆਂ ਦੇ ਖਰਚੇ ਚੁੱਕੇ, ਉਹਨਾਂ ਨੂੰ ਤੇਲ ਪਾਣੀ ਚੱਲਦਾ ਰਿਹਾ। ਤੇ ਅੱਜ ਪ੍ਰਚਾਰ ਖੁਣੋ ਅਸੀਂ ਵਿਹਣੇ ਹੋ ਗਏ। ਤੇ ਕੁਦਰਤੀ ਗੱਲ ਹੈ, ਜਿਹੜਾ ਬੰਦਾ ਜਦੋਂ ਪ੍ਰਚਾਰ ਕਰੂਗਾ, ਜਿਹੜੇ ਲੋਕ ਬੈਠੇ ਨੇ, ਜਦੋਂ ਸਾਡਾ ਪਤਾ ਹੀ ਨਹੀਂਗਾ, ਅਸੀਂ ਉਹਨਾਂ ਨੂੰ ਦੂਰ ਕਰ ਬੈਠੇ, ਤੇ ਫਿਰ ਉਹਨਾਂ ਕਿਸੇ ਨਾ ਕਿਸੇ ਬੰਨੇ ਤੋਂ ਉਹਨਾਂ ਜਾਣਾ ਆ। ਉਹ ਤਦ ਹੀ ਆਉਣਗੇ ਜੇ ਤੁਸੀਂ ਪ੍ਰਚਾਰ ਕਰੋਗੇ। ਹਰਿਮੰਦਰ ਸਾਹਿਬ ਜਦੋਂ ਲੋਕ ਆਉਂਦੇ ਨੇ, ਤੁਸੀਂ ਇਹ ਵੇਖੋ ਕਿ ਲਿਟਰੇਚਰ ਕਿੰਨਾ ਮਹਿੰਗਾ, ਉੱਥੇ ਜਿਹੜੀਆਂ ਠੇਕੇ ਦੀਆਂ ਦੁਕਾਨਾਂ ਦਿੱਤੀਆਂ ਨੇ, ਮਹਿੰਗਾ ਵਿਕਦਾ ਆ। ਕੀ ਫ੍ਰੀ ਲਿਟਰੇਚਰ ਇਹ ਦਿੰਦੇ ਕਿਸੇ ਨੂੰ? ਨਹੀਂ। ਕ੍ਰਿਸਚਨ ਭਾਈਚਾਰੇ ਦਾ ਲਿਟਰੇਚਰ, ਤੁਸੀਂ ਜਿੰਨੀਆਂ ਕ੍ਰਿਸਚਨ ਕੰਟਰੀ ਨੇ ਉੱਥੇ ਪੁੱਛ ਲਓ ਜਾ ਕੇ, ਜਿਹੜੇ ਸਾਡੇ ਪੰਜਾਬੀ ਸੁਣਨਗੇ ਤੁਹਾਡੀ ਗੱਲ, ਕਿ ਹਰ ਘਰ ਤੱਕ ਉਹ ਪਹੁੰਚ ਕਰਦੇ ਨੇ। ਪੁੱਛਦੇ ਕਿ ਤੁਹਾਡੀ ਲੈਂਗੁਏਜ ਕੀ ਹੈ? ਤੁਸੀਂ ਤਾਮਿਲ ਜਾਣਦੇ ਜੇ, ਤੁਸੀਂ ਹਿੰਦੀ ਜਾਣਦੇ ਜੇ, ਤੁਸੀਂ ਉਰਦੂ ਜਾਣਦੇ ਜੇ, ਪੁਸ਼ਤੈਨੀ ਜਾਣਦੇ ਜੇ, ਪੰਜਾਬੀ ਜਾਣਦੇ ਜੇ, ਕਿਹੜੀ ਤੁਹਾਡੀ ਲੈਂਗੁਏਜ? ਉਹ ਲੈਂਗੁਏਜ ਦਾ ਲਿਟਰੇਚਰ ਤੁਹਾਨੂੰ ਕੱਢ ਕੇ ਦਿੰਦੇ। ਵੀ ਤੁਸੀਂ ਲੋਕੀ ਕਹਿੰਦੇ, ਕਈ ਵਾਰੀ ਮਨਾ ਕਰਦੇ ਵੀ ਨਹੀਂ ਅਸੀਂ ਪੜ੍ਹਦੇ ਨਹੀਂ, ਉਹ ਕਹਿੰਦੇ ਰੱਖ ਲਿਓ, ਜਦੋਂ ਕਿਤੇ ਜੀ ਕਰੂ 2 ਵਰਕੇ ਪੜ੍ਹ ਲਿਓ। ਪ੍ਰਚਾਰ ਤੇ ਹੋਇਆ ਇਹ, ਅਸੀਂ ਇਹਨੂੰ ਬੰਨ੍ਹਤਾ ਰੱਖ ਕੇ ਅਸੀਂ ਕਿਤੇ ਧਿਆਨ ਹੀ ਨਹੀਂ ਦਿੱਤਾ ਕਿ ਅਸੀਂ ਜਦੋਂ ਦਰਬਾਰ ਸਾਹਿਬ ਲੱਖ ਬੰਦਾ ਆਉਂਦਾ ਆ, ਵੀ ਭਾਈ ਉਹਨੂੰ ਜਾਂਦਿਆਂ ਕੋਈ ਲਿਟਰੇਚਰ ਹੀ ਦੇ ਦਈਏ ਥੋੜ੍ਹਾ ਬਹੁਤਾ, ਵੀ ਸਾਡਾ ਲਿਟਰੇਚਰ ਪੜ੍ਹੋ, ਵੀ ਸਾਡਾ ਇਤਿਹਾਸ ਬਹੁਤ ਮਨਮੱਤਾ ਹੈ। ਕਿਉਂਕਿ ਦੇਖੋ, ਜਿੰਨਾ ਚਿਰ ਆਦਮੀ ਇਹਨੂੰ ਜਾਣੂਗਾ ਨਹੀਂ, ਪੜ੍ਹੂਗਾ ਨਹੀਂ, ਉਹਨਾਂ ਚਿਰ ਆਦਮੀ ਇਹ ਗੱਲ ਸਮਝ ਨਹੀਂ ਸਕਦਾ। ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਿਛਲੇ ਸਮੇਂ ਬੇਅਦਬੀਆਂ ਕੀਤੀਆਂ ਨੇ, ਕੀ ਤੁਸੀਂ ਸਮਝਦੇ ਨਾ ਗੁਰੂ ਗ੍ਰੰਥ ਸਾਹਿਬ ਸਮਝਿਆ? ਉਹਨਾਂ ਸਮਝਿਆ ਹੀ ਨਹੀਂ। ਇਹਦੀ ਸਜ਼ਾ ਤਾਂ ਇਹਨਾਂ ਨੂੰ ਮਿਲਣੀ ਚਾਹੀਦੀ ਹੈ। ਪਰ ਉਹ ਕਿਉਂਕਿ ਮਤਲਬ ਬਹੁਤਾਤ ਲੋਕ ਇਹਨਾਂ ਚੀਜ਼ਾਂ ਤੋਂ ਕਈ ਵਾਰੀ ਜਾਣੂ ਹੁੰਦੇ ਹੋਏ ਵੀ ਪਿੱਠ ਕਰ ਲੈਂਦੇ ਇਹਨਾਂ ਚੀਜ਼ਾਂ ਵੱਲ, ਜਦ ਕਿ ਪਤਾ ਲੋਕਾਂ ਸਾਰਿਆਂ ਨੂੰ ਆ ਕਿ ਅਸੀਂ ਪਿਛਲੇ ਸਮੇਂ 'ਚ ਜਿਹੜਾ ਪ੍ਰਚਾਰ ਤੋਂ ਅਸੀਂ ਪਿੱਛੇ ਲੈ ਗਏ ਹਾਂ, ਉਹੀ ਇੱਕ ਵੱਡਾ ਕਾਰਨ ਹੈ। ਉਹਨਾਂ ਸਭ ਤੁਹਾਨੂੰ ਇਹ ਕੀ ਲੱਗਦਾ, ਸਿੱਧੇ ਸ਼ਬਦਾਂ ਵਿੱਚ ਗੱਲ ਕਰਾਂ ਤਾਂ ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਚਾਰ ਦੇ ਵਿੱਚ ਕਿਤੇ ਨਾ ਕਿਤੇ ਕਮੀ, ਜਿਸ ਦੇ ਕਾਰਨ ਕ੍ਰਿਸਚਨਾਂ ਦਾ ਜਿਹੜਾ ਪ੍ਰਚਾਰ ਆ ਉਹ ਹੈਵੀ ਹੋ ਰਿਹਾ ਸਾਡੇ ਉੱਤੇ? ਬਿਲਕੁਲ। ਤੁਸੀਂ ਪਿੰਡਾਂ ਦੇ ਵਿੱਚ ਤੁਸੀਂ ਚਲੇ ਜਾਓ, ਉਹਨਾਂ ਦਾ ਇੱਕ ਡਿਸਿਪਲਿਨ ਹੈ। ਭਾਵੇਂ ਛੋਟਾ ਕਮਰਾ ਹੀ ਹੈ, ਪੱਖਾ ਲੱਗਾ ਹੋਵੇ, ਇੱਕ ਉਹਨਾਂ ਦਾ ਪਾਸਟਰ ਆਉਂਦਾ ਹੈ ਜਾਂ ਜਿਹੜਾ ਪ੍ਰਚਾਰਕ ਆਉਂਦਾ ਆ, ਉਹਨੇ ਬਿਲਕੁਲ ਵੈਲ ਡਰੈਸਡ, ਉਹਨੂੰ ਲੋਕੀ ਸਾਰੇ ਬੜੀ ਇੱਜ਼ਤ ਨਾਲ ਗਾਉਂਦੇ। ਸਾਡੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗ੍ਰੰਥੀ ਸਾਹਿਬ ਪ੍ਰਚਾਰ ਕਰਦੇ ਆ, ਤੁਸੀਂ ਉਹਨਾਂ ਦੇ ਘਰਾਂ ਦੀ ਹਾਲਤ ਵੇਖ ਲਓ, ਉਹਨਾਂ ਦੀ ਹਾਲਤ ਵੇਖ ਲਓ। ਉਹ ਵਿਚਾਰੇ ਆਪਣੀ ਆਰਥਿਕ ਮਜਬੂਰੀ ਨੂੰ ਗ੍ਰੰਥੀ ਬਣਦੇ ਨੇ। ਕੀਰਤਨੀਏ ਸਾਹਿਬ, ਕੀਰਤਨੀ ਜਿਹੜੇ ਸਾਡੇ ਬਣਦੇ ਨੇ ਕੌਮ ਦੇ, ਤੁਸੀਂ ਉਹ ਕਈ ਨਾ ਕੋਈ ਆਪਣੀ ਫਰਿਆਦ ਲੈ ਕੇ ਪਹੁੰਚੇ ਹੁੰਦੇ ਨੇ ਕਿ ਸਾਨੂੰ ਲੋਕ, ਸਾਡੇ ਨਾਲ ਸਹੀ ਵਿਹਾਰ ਨਹੀਂ ਹੁੰਦਾ। ਕੌਣ ਨਹੀਂ ਕਰਦੇ? ਜਦ ਕਿ ਬਹੁਤ ਤਾਤ ਇੱਥੇ ਸਿੱਖਿਆ ਸੀ। ਜੇ ਸਾਡੇ ਵੀ ਇੱਥੇ ਉਹਨਾਂ ਨੂੰ ਸਹੀ ਮਤਲਬ ਦੇਖੋ, ਅੱਜ ਬੰਦੇ ਨੇ ਜਿੰਨੇ ਵੀ ਜ਼ਿੰਦਗੀ ਜਿਉਣੀ ਵਾਸਤੇ ਪੈਸਾ ਚਾਹੀਦਾ, ਜੇ ਸਹੀ ਮੈਨੇ 'ਚ ਉਹਨੂੰ ਪੈਸੇ ਹੀ ਨਹੀਂ ਮਿਲਦੇ ਕਿਸੇ ਗ੍ਰੰਥੀ ਸਾਹਿਬ ਨੂੰ, ਤੇ ਉਹ ਵਿਚਾਰਾ ਪ੍ਰਚਾਰ ਕੀ ਕਰੂਗਾ? ਉਹ ਤਾਂ ਸਿਰਫ ਆਪਣੇ ਪਰਿਵਾਰ ਨੂੰ ਗੁਜ਼ਾਰਾ ਕਰਨ ਵਾਸਤੇ ਅੱਗੇ ਲੈ ਕੇ ਜਾਂਦਾ ਹੈ। ਅੱਜ ਜਿਹੜਾ ਕ੍ਰਿਸਚਨ ਭਾਈਚਾਰਾ ਆ, ਉਹ ਉਹਨਾਂ ਨੂੰ ਕਿੱਥੋਂ ਆ ਰਿਹਾ, ਕਿਵੇਂ ਆ ਰਿਹਾ? ਉਹਨਾਂ ਨੂੰ ਪੂਰੇ ਫੰਡਸ ਮਿਲਦੇ ਨੇ, ਉਹਨਾਂ ਦੇ ਬੰਦੇ ਪ੍ਰਚਾਰਕ ਨੇ, ਉਹਨਾਂ ਨੇ ਵੈਲ ਡਰੈਸਡ ਹੁੰਦੇ ਨੇ। ਜਿੱਥੇ ਮਰਜ਼ੀ ਜਾ ਕੇ ਵੇਖ ਲਓ, ਸਾਡੇ ਗੁਰੂ ਘਰ 2-2 4-4 ਕਰੋੜ ਰੁਪਈਆ ਲੱਗੇ, ਏਸੀ ਤੱਕ ਲੱਗੇ ਨੇ ਕਈ ਜਗ੍ਹਾ 'ਤੇ, ਪਰ ਸੰਗਤ ਨਹੀਂ ਜਾਂਦੀ। ਕਾਰਨ ਇਹ ਜਿਹੜੇ ਇੱਥੇ ਬੈਠੇ ਨੇ, ਜਿਹੜੇ ਵੱਡੇ, ਜਿਹੜੇ ਇਹਨਾਂ ਦੇ ਉੱਤੇ ਕਬਜ਼ਾ ਕਰੀ ਬੈਠੇ ਨੇ ਸ਼੍ਰੋਮਣੀ ਕਮੇਟੀ 'ਤੇ, ਇਹ ਜਿਹੜੀ ਇਹ ਸ਼੍ਰੋਮਣੀ ਕਮੇਟੀ ਦੀ ਕਮਾਈ ਹੈ ਇੱਕੇ ਬੰਨੇ ਤੁਰੀ ਜਾ ਰਹੀ ਹੈ। ਔਰ ਉਹ ਲੋਕ ਜਿਹੜੇ ਨੇ, ਉਹ ਜਿਹੜੇ ਪ੍ਰਚਾਰ ਵਾਸਤੇ ਲੱਗਣੀ ਸੀ, ਜਿਹੜਾ ਇਹਨਾਂ ਦਾ ਪ੍ਰਚਾਰਕ ਜਾਂਦਾ, ਗੁਰੂ ਘਰ ਜਾਂਦਾ, ਜੇ ਗੁਰੂ ਘਰ 'ਚੋਂ ਵੇਖਦਾ ਵੀ ਗਰੀਬ ਨਹੀਂ ਆਏ, ਤਾਂ ਪੁੱਛਦਾ ਉੱਥੇ ਵੀ ਗਰੀਬ ਕਿਉਂ ਨਹੀਂ ਆਏ? ਬਾਬੇ ਦੀ ਬਾਣੀ ਤੇ ਸਾਰਿਆਂ ਵਾਸਤੇ ਸੀ, ਇਹ ਕਿਉਂ ਨਹੀਂ ਆਏ? ਉਹਨਾਂ ਨੂੰ ਪੁੱਛਦਾ, ਘਰੋਂ ਸੱਦਦਾ, ਵੀ ਦੱਸੋ ਵੀ ਤੁਹਾਨੂੰ ਇਸ ਗੁਰੂ ਘਰ 'ਚ ਕੋਈ ਪ੍ਰੋਬਲਮ ਹੈ, ਤੁਹਾਨੂੰ ਆਉਣ ਤੋਂ ਰੋਕਦਾ ਹੈ, ਤੁਹਾਨੂੰ ਕੋਈ ਬਹਿਣ ਤੋਂ ਰੋਕਦਾ ਆ? ਆਪੇ ਉਹ ਨਾ ਉੱਧਰ ਜਾਂਦੇ। ਆਪਾਂ ਦੇ ਇੱਕ ਲੀਕ ਖਿੱਚਤੀ, ਤੇ ਫਿਰ ਆਪਾਂ ਹੁਣ ਕਿਉਂ ਕਿਸੇ ਦਾ ਗੁੱਸਾ ਕਰਦੇ ਆ? ਤੇ ਮੈਂ ਨਿਹੰਗ ਸਿੰਘਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ, ਤੁਸੀਂ ਗੁਰੂ ਦੀਆਂ ਲਾਡੀਆਂ ਫੌਜਾਂ ਜੇ, ਤੁਸੀਂ ਇਹਨਾਂ ਨੂੰ ਪੁੱਛੋ ਵੀ ਤੁਹਾਡੇ ਪ੍ਰਚਾਰਕ ਕਿੱਥੇ ਨੇ? ਤੁਸੀਂ ਤੁਸੀਂ ਗ੍ਰੰਥੀ ਸਿੰਘਾਂ ਨੂੰ ਕਿੰਨੀ ਕੁ ਤਨਖਾਹ ਤੇ ਪੈਨਸ਼ਨ ਦਿੰਦੇ ਜੇ? ਸਭ ਤੋਂ ਮਹਿੰਗਾ ਇਲਾਜ ਇੱਥੇ ਗੁਰੂ ਰਾਮਦਾਸ ਹਸਪੀਟਲ ਹੈ, ਜਾ ਕੇ ਇੱਥੇ ਪਤਾ ਕਰ ਲਿਓ। ਤੁਹਾਡੇ ਸਾਹਮਣੇ ਤੁਸੀਂ ਸਕੈਂਡਲ ਕੱਢਦੇ ਰਹਿੰਦੇ ਜੇ ਕੋਈ ਨਾ ਕੋਈ ਉਹਦਾ। ਉਹ ਸ਼੍ਰੋਮਣੀ ਕਮੇਟੀ ਦਾ ਗੁਰੂ ਦੀ ਗੋਲਕ ਨਾਲ ਚੱਲਣ ਵਾਲਾ ਹਸਪੀਟਲ ਹੈ। ਕਦੀ ਪੁੱਛਿਆ ਕਿਸੇ ਨੇ ਇਹਨਾਂ ਨੂੰ ਵੀ ਤੁਸੀਂ ਹਸਪਤਾਲ ਵੀ ਇੱਥੇ, ਜਿੱਥੇ ਜਿਹੜਾ ਕਿ ਮਤਲਬ ਸਾਡਾ ਧੁਰਾ ਹੈ ਸਿੱਖੀ ਦਾ, ਹਰਿਮੰਦਰ ਸਾਹਿਬ ਇੱਥੋਂ ਚੱਲਦੀ ਹੈ, ਪਰ ਉੱਥੇ ਜਿਹੜੇ ਹਸਪੀਟਲ, ਕੀ ਇਹਨਾਂ ਨੇ ਕੋਈ ਇਹੋ ਜਿਹਾ ਹਸਪੀਟਲ ਬਣਾਇਆ ਵੀ ਜਿੱਥੇ ਗਰੀਬ ਗੁਰਬਾ ਜਾ ਕੇ ਉੱਥੇ ਆਪਣਾ ਇਲਾਜ ਕਰਾ ਸਕੇ? ਕੋਈ ਬਣਾਇਆ? ਉੱਥੇ ਗਰੀਬ ਉਹ ਫ੍ਰੀ ਦਵਾਈਆਂ ਵੀ ਵੰਡਦੇ ਆ। ਫਿਰ ਇਹ ਕਹਿੰਦੇ ਲੋਕ ਜਾਂਦੇ ਕਿਉਂ ਆ? ਅਗਲਾ ਤਾਂ ਆਪਣੀ ਮਜਬੂਰੀ ਨੂੰ ਚਲੇ ਜਾਂਦਾ। ਫਿਰ ਕੁਦਰਤੀ ਗੱਲ ਜਿਹਦੀ ਉਹ ਸਿੱਖਿਆ ਦਿੰਦੇ ਆ, ਉਹ ਅਡਾਪਟ ਕਰ ਲੈਂਦੇ। ਉਹਨਾਂ ਸਭ ਡੱਡੂਵਾਣਾ ਵਿਖੇ ਜਿਹੜੀ ਘਟਨਾ ਵਾਪਰੀ, ਉਸ ਤੋਂ ਬਾਅਦ ਅੱਜ ਵੇਖਿਆ ਜਾਵੇ ਤਾਂ ਪੱਟੀ ਦੇ ਪਿੰਡ ਠੱਕਰਪੁਰਾ ਵਿਖੇ ਬੀਤੀ ਰਾਤ ਜਿਹੜੀ ਆ ਚਰਚ ਦੇ ਵਿੱਚ ਭੰਨਤੋੜ ਕੀਤੀ ਗਈ।
ਤੇ ਲੱਗਦਾ ਨਹੀਂ ਤੁਹਾਨੂੰ ਕਿ ਕਿਤੇ ਨਾ ਕਿਤੇ ਇਹ ਜਿਹੜੀ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਵੇਂ ਧਰਮਾਂ ਦੇ ਵਿਚਾਰ, ਕਿਉਂਕਿ ਜਿਹੜਾ ਇੱਕ ਪੰਜਾਬ ਹੈ ਜਾਂ ਪੂਰੇ ਭਾਰਤ ਦੀ ਗੱਲ ਕਰਾਂ ਤਾਂ ਧਰਮ ਨਿਰਪੱਖ ਜਿਹੜਾ ਦੇਸ਼ ਮੰਨਿਆ ਜਾਂਦਾ, ਲੱਗਦਾ ਤੁਹਾਨੂੰ ਕਿ ਸਿੱਖਾਂ ਤੇ ਈਸਾਈਆਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਕਤ ਕੋਈ ਸ਼ਰਾਰਤੀ ਅਨਸਰਾਂ? ਜੀ ਪਿਛਲੇ ਸਮੇਂ 'ਚ ਮੈਂ ਜੇ ਪੰਜਾਬ ਨੂੰ ਥੋੜ੍ਹਾ ਜਿਹਾ ਪਿੱਛੋਂ ਜਾ ਕੇ ਵੇਖੋ, ਜਦੋਂ ਦਾ ਕਿਸਾਨੀ ਸੰਘਰਸ਼ ਹੋਇਆ, ਕਿਸਾਨੀ ਸੰਘਰਸ਼ 'ਤੇ ਇੱਕ ਨਿਸ਼ਾਨਾ ਲੈ ਕੇ ਤੁਰੇ ਸਾਂ ਵੀ ਇਹ ਆਪਾਂ ਅਚੀਵ ਕਰਨਾ ਹੈ, ਕਾਲੇ ਕਾਨੂੰਨ ਵਾਪਸ ਕਰਾਉਣੇ। ਉਹ ਕੀਤੇ, ਅਸੀਂ ਵੀ 1 ਸਾਲ ਉੱਥੇ ਧਰਨੇ 'ਤੇ ਬੈਠੇ ਰਹੇ। ਉਸ ਤੋਂ ਬਾਅਦ ਕੁਛ ਤਾਕਤਾਂ ਇਹੋ ਜਿਹੀਆਂ ਵਿੱਚ ਆ ਗਈਆਂ ਕਿ ਜਿਹੜੀਆਂ ਹਰ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਸਮਝਦੇ ਵੀ ਕਾਨੂੰਨ ਸਾਡਾ ਆ, ਅਸੀਂ ਆਪਣੇ ਮੁਤਾਬਕ ਚੱਲਣਾ ਆ। ਔਰ ਉਹ ਇੱਕ ਬਿਰਤਾਂਤ ਲਿਖਿਆ ਗਿਆ ਮੇਰਾ ਜੋ ਮੰਨਣਾ ਹੈ, ਕਿਉਂਕਿ ਤੁਸੀਂ ਵੇਖੋ ਉਸ ਤੋਂ ਪਹਿਲਾਂ ਗੁਰਦਾਸ ਮਾਨ ਵਾਲਾ ਐਪੀਸੋਡ ਹੋਇਆ, ਕਿਉਂਕਿ ਜੇ ਪੰਜਾਬੀਆਂ ਦਾ ਇੱਕ ਚੰਗਾ ਗਾਇਕ ਮੰਨਿਆ ਜਾਂਦਾ ਸੀ ਤੇ ਗੁਰਦਾਸ ਮਾਨ ਦੀ ਗੱਲ ਹਰ ਕੋਈ ਕਰਦਾ ਕਿ ਸਾਡਾ ਪੰਜਾਬੀ ਗਾਇਕ ਹੈ, ਔਰ ਪੰਜਾਬੀ ਨੂੰ ਲੈ ਕੇ ਵੀ ਗਿਆ। ਕੁਦਰਤੀ ਗੱਲ ਹੈ, ਜਿੰਨੇ ਜਾਣਾ ਹੈ ਲੋਕ ਉਹਨੂੰ ਸੱਦਦੇ ਵੀ ਆ ਉਹਦੀ, ਔਰ ਕੋਈ ਲੱਚਰ ਗਾਇਕੀ ਨਹੀਂ ਉਹਦੀ। ਗਾਇਕੀ ਜੇ ਹੁੰਦੀ ਸੀ ਤੇ ਪੰਜਾਬੀ ਜ਼ਬਾਨ ਦੇ ਵਿੱਚ ਆਪੇ ਲਿਖਣੇ ਆਪੇ ਗਾਉਣੇ, ਸਾਰਾ ਪਰਿਵਾਰ ਸੁਣਦਾ ਸੀ। ਉਹਨੂੰ ਨੁਕਰੇ ਲਾਇਆ ਗਿਆ ਤਰੀਕੇ ਦੇ ਨਾਲ। ਐਮੀ ਵਿਰਕ ਵਿਚਾਰਾ ਕੋਈ ਪੱਗ ਬੰਨ੍ਹ ਕੇ ਕੋਈ ਪਤਾ ਨਹੀਂ ਕਿਸਾਨੀ ਸੰਘਰਸ਼ ਕੋਈ ਇੱਕ ਪਿਕਚਰ ਕਰ ਬੈਠਾ ਰਿਲੀਜ਼, ਉਹਦੀ ਜੋ ਮਤਲਬ ਮਾੜਾ ਚੰਗਾ ਉਹਨੂੰ ਕਿਹਾ ਗਿਆ, ਤੁਸੀਂ ਆਪ ਉਹਦੇ 'ਚ ਤੁਸੀਂ ਦੇਖਿਆ ਹੋਣਾ। ਹੁਣ ਸਭ ਤੋਂ ਵੱਡੀ ਗੱਲ, ਸਾਡਾ ਜਿਹੜਾ ਆਜ਼ਾਦੀ ਦੇ ਵਿੱਚ ਵੱਡਾ ਹਿੱਸਾ ਪਾਉਣ ਵਾਲਾ ਸ਼ਹੀਦ ਆਜ਼ਮ ਭਗਤ ਸਿੰਘ, ਜਿਹਨੂੰ ਅਸੀਂ ਇੱਕ ਚੌੜੀ ਕਰਕੇ ਜੇ ਦੇਸ਼ 'ਚ ਵੀ ਘੁੰਮਦੇ ਹਾਂ, ਵਿਦੇਸ਼ 'ਚ ਘੁੰਮਦੇ ਹਾਂ ਤੇ ਗੱਲ ਕਰਦੇ ਹਾਂ, ਔਰ ਲੋਕ ਵੀ ਕਰਦੇ ਸੀ, ਸਾਰੇ ਮੰਨਦੇ ਸੀ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਹਿੱਸਾ ਉਹਦਾ ਬੰਦੇ ਦਾ ਹੈਗਾ। ਤੇ ਸਾਡੇ ਸਿੱਖੀ ਸਰੂਪ ਦੇ ਵਿੱਚ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਚੁਣੇ ਗਏ, ਜਦੋਂ ਉਹਨੂੰ ਅੱਤਵਾਦੀ ਕਹਿਣਗੇ, ਉਹਦੇ 'ਤੇ ਸਵਾਲ ਚੁੱਕਣਗੇ, ਇਹਦਾ ਨੁਕਸਾਨ ਵੀ ਪੰਜਾਬੀਆਂ ਨੂੰ ਹੋਇਆ, ਸਿੱਖਾਂ ਨੂੰ ਹੋਇਆ। ਅੱਜ ਤੁਸੀਂ ਕਿਵੇਂ ਕਹਿ ਲਓ ਕਿ ਚਲੋ ਅੱਜ ਤੇ ਆ ਇੱਕ ਪੀੜ੍ਹੀ ਲੰਘ ਜੂਗੀ, ਮੰਨ ਲੈਣਗੇ, ਤੇ ਜਿਹੜੇ ਗਾਂਹ ਜਿਹੜੀ ਜਨਰੇਸ਼ਨ ਆਉਣੀ ਹੈ ਉਹ 'ਚ ਤੇ ਚੀਜ਼ਾਂ ਇਤਿਹਾਸ ਬਣ ਜਾਣੀਆਂ ਨੇ ਵੀ ਸਿਮਰਜੀਤ ਸਿੰਘ ਮਾਨ ਨੇ ਜਨਰਲ ਡਾਇਰ ਨੂੰ ਸਰੋਪਾ ਦੇ ਕੇ ਉਹਨੂੰ ਸਹੀ ਸਾਬਤ ਕੀਤਾ ਸੀ। ਤੇ ਤੁਹਾਡੇ ਤੇ ਆਪਣੇ ਬੰਦੇ ਨੇ ਜਿਹਨੂੰ ਤੁਸੀਂ ਕਹਿੰਦੇ ਜੇ ਕਿ ਸਾਡਾ ਮਤਲਬ ਸਾਡੀ ਗੱਲ ਕਰਦਾ, ਸਿੱਖਾਂ ਦੀ ਗੱਲ ਕਰਦਾ ਆ, ਜਿਹਨੂੰ ਤੁਸੀਂ ਮੈਂਬਰ ਪਾਰਲੀਮੈਂਟ ਚੁਣਿਆ, ਉਹਨੂੰ ਅੱਤਵਾਦੀ ਕਹਿੰਦਾ ਆ, ਤੇ ਕਿਵੇਂ ਉੱਥੇ ਸਾਬਤ ਕਰਾਂਗੇ ਜੀ? ਹੁਣ ਉਹ ਤੋਂ ਨਹੀਂ ਗੱਲ ਗੁਜ਼ਾਰਾ, ਉੱਥੇ ਵੀ ਸਾਨੂੰ ਮਤਲਬ ਬੈਕਫੁੱਟ 'ਤੇ ਅਸੀਂ ਗਏ ਹਾਂ। ਦੂਜੀ ਗੱਲ ਹੁਣ ਸ਼ੁਰੂ ਹੋ ਗਈ ਹੈ, ਕਿਉਂਕਿ ਸਾਡਾ ਇੱਕ ਭਾਈਚਾਰਾ ਆ। ਪਹਿਲਾਂ ਹਿੰਦੂ ਸਿੱਖ ਦਾ ਲੜਾਈ ਹੋਈ, ਤੁਹਾਡੇ ਸਾਹਮਣੇ ਪਟਿਆਲੇ ਕੀ ਹੋਇਆ, ਇਹਨੂੰ ਇੱਕ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਕਤਾਂ ਨੂੰ। ਉੱਥੇ ਚਲੋ ਪਰਮਾਤਮਾ ਦੀ ਮਿਹਰ ਨਾਲੋਂ ਚਲੋ ਸਾਂਭਿਆ ਗਿਆ। ਹੁਣ ਕ੍ਰਿਸਚਨ ਵਾਲਾ ਤੁਰ ਪਿਆ। ਔਰ ਇਹ ਸਾਰੀ ਬਿਰਤਾਂਤ ਜਿਹੜੀ ਹੈ ਤੁਹਾਡੇ ਸਾਹਮਣੇ ਭਾਰਤੀ BJP ਦੇ ਪਿਛਲੇ ਕਾਫੀ ਦਿਨਾਂ ਤੋਂ ਹੀ ਕਹਿ ਰਹੇ ਸੀ ਕ੍ਰਿਸਚਨਾਂ ਦਾ ਖਤਰਾ ਪੰਜਾਬ 'ਚ, ਕ੍ਰਿਸਚਨਾਂ ਦਾ ਖਤਰਾ। ਅਸੀਂ ਤਾਂ ਬੜੇ ਚਿਰ ਦੇ ਰਹਿ ਰਹੇ ਹਾਂ। ਤੇ ਜੇ ਖਤਰਾ ਆ ਤਾਂ ਖਤਰਾ ਤੇ ਸਾਡਾ ਇਹਨਾਂ ਨੇ ਪ੍ਰਚਾਰ ਨਹੀਂ ਕੀਤਾ, ਉਹਨਾਂ ਦਾ ਵੀ ਇਹਨਾਂ ਪ੍ਰਚਾਰ ਕਿਉਂ ਨਹੀਂ ਕੀਤਾ? ਲੱਗਦਾ ਕਿ BJP ਦੀ ਲਗਾਈ ਹੋਈ ਅੱਗ ਹੈ ਜਿਹੜੀ ਇਸ ਵਕਤ ਪੰਜਾਬ ਦੇ ਵਿੱਚ ਧੁਖ ਰਹੀ ਹੈ। 100%। ਉਹ ਤੇ ਉਹਨਾਂ ਨੇ ਦੇਖੋ ਕੁਦਰਤੀ ਗੱਲ ਹੈ ਕਿ ਉਹ ਚਾਹੁੰਦੇ ਨੇ ਕਿ ਵੇਖੋ ਪੰਜਾਬ ਆ। BJP ਨੂੰ ਇਹ ਵੇਲੇ ਸਭ ਤੋਂ ਵੱਡਾ ਦੁਖਾਂਤ ਇਹ ਆਉਂਦਾ ਕਿ ਸਾਨੂੰ ਝੁਕਣਾ ਪਿਆ ਪੰਜਾਬ ਦੇ ਕੇ, ਸਾਨੂੰ ਬਿੱਲ ਵਾਪਸ ਲੈਣੇ ਪਏ, ਔਰ ਉਸ ਬੰਦੇ ਨੂੰ ਲੈਣੇ ਪਏ ਜਿਹੜਾ ਕਦੀ ਕਿਸੇ ਅੱਗੇ ਝੁਕਿਆ ਨਹੀਂ ਸੀ। ਉਹਨੇ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਉਹਨਾਂ ਨੇ ਇਸ ਬੰਦੇ ਨੂੰ ਤੁਰਨਾ ਹੀ ਆ। ਇਹ ਤਾਂ ਸਾਨੂੰ ਸਮਝ ਹੋਣੀ ਚਾਹੀਦੀ ਹੈ ਵੀ ਅਸੀਂ ਉਹਨਾਂ ਦੇ ਟਰੈਪ 'ਚ ਆਉਣਾ ਕਿ ਨਹੀਂ ਆਉਣਾ, ਪਰ ਇਸ ਕੰਮ 'ਚ ਅਸੀਂ ਉਹਨਾਂ ਦੇ ਟਰੈਪ 'ਚ ਆ ਗਏ ਹਾਂ। ਔਰ ਸਾਡੇ ਜਥੇਦਾਰ ਸਾਹਿਬ ਜਿਹੜੇ ਸਾਡੇ ਸਿਰਮੌਰ ਨੇ, ਉਹਨਾਂ ਦੇ ਮੂੰਹੇ ਗੱਲਾਂ ਘੁਆ ਦਿੱਤੀਆਂ ਗਈਆਂ ਨੇ। ਅੱਜ ਜੇ ਅਸੀਂ ਇੱਥੇ ਇਹਨਾਂ ਨਾਲ ਇਹ ਹਾਲਾਤ ਕੁੱਟਮਾਰ ਕਰਾਂਗੇ ਤੇ ਜਿਹੜੇ ਸਾਡੇ ਕ੍ਰਿਸਚਨ ਤਕਰੀਬਨ ਸਾਰੇ ਕੰਟਰੀ ਜਿੱਥੇ ਅੱਜ ਲੈਣਾ 'ਚ ਲਾ ਕੇ ਲੋਕ ਖਲੋਤੇ ਨੇ, ਕੈਨੇਡਾ ਜਾਣ ਨੂੰ, ਅਮਰੀਕਾ ਜਾਣ ਨੂੰ, ਕਿਹੜੇ ਕੰਟਰੀ ਨੇ ਜੀ? ਸਾਰੇ ਕ੍ਰਿਸਚਨ ਕੰਟਰੀ ਨੇ। ਤੇ ਫਿਰ ਉਹ ਤੁਹਾਨੂੰ ਉੱਥੇ ਵੜਨ ਦੇਣਗੇ? ਉਹ ਕਿਉਂ ਨਾ ਉੱਥੇ ਕੱਢਣਗੇ? ਉਹਨਾਂ ਦੇ ਵੀ ਉੱਥੇ ਕਈ ਬਦਦਮਾਗ ਲੋਕ ਬੈਠੇ ਨੇ ਜਿਹੜੇ ਉਹਨਾਂ ਦੇ ਕੱਟੜ ਨੇ, ਉਹ ਵੀ ਕੱਲ੍ਹ ਨੂੰ ਕੋਈ ਨਾ ਕੋਈ ਸਾਡੇ ਗੁਰੂ ਘਰਾਂ ਦੇ ਵਿੱਚ ਕੁਝ ਨਾ ਕੋਈ ਗੱਲ ਕਰਨਗੇ। ਸੋ ਮੇਰਾ ਮਕਸਦ ਕਹਿਣ ਦਾ ਇਹ ਹੈ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਲੈ ਕੇ ਚੱਲਣਾ ਚਾਹੀਦਾ ਜੀ। ਉਹਨਾਂ ਦੀ ਮੁਹੱਬਤ ਕਰਨੀ ਸਿਖਾਈ ਆ। ਅਸੀਂ ਡੰਡੇ ਨਾਲ ਕਿਸੇ ਨੂੰ ਲਾਗੇ ਨਹੀਂ ਕਰ ਸਕਦੇ। ਤੁਸੀਂ ਕਹੋਗੇ ਅਸੀਂ ਡੰਡੇ ਨਾਲ ਲਾਗੇ ਕਰਾਂਗੇ, ਨਹੀਂ, ਉਹਦੇ ਨਾਲ ਪ੍ਰੋਬਲਮ ਵਧਣੀਆਂ ਨੇ, ਘਟਣੀਆਂ ਨਹੀਂ ਗੀਆਂ। ਔਰ ਅੱਜ ਸਾਡਾ ਜਿਹੜਾ ਭਾਈਚਾਰਾ ਆ ਦੁਨੀਆ ਦੇ ਹਰ ਕੋਨੇ 'ਚ ਫੈਲਿਆ ਹੋਇਆ ਹੈ, ਔਰ ਬੜੀ ਘੱਟ ਗਿਣਤੀ 'ਚ ਹੈ। ਅੱਜ ਸਾਡੇ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਕੈਨੇਡਾ 'ਚ ਇਸ ਕਰਕੇ ਚੁਣੇ ਗਏ ਕਿ ਤੁਸੀਂ ਸਿੱਖੀ ਨੂੰ ਬਿਲੋਂਗ ਕਰਦੇ, ਨਹੀਂ, ਇਸ ਕਰਕੇ ਚੁਣੇ ਗਏ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਬਿਲੋਂਗ ਕਰਦੇ ਸੀ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ, ਹਿਊਮੈਨਿਟੀ ਨੂੰ ਲੈ ਕੇ ਗਏ ਤੇ ਲੋਕਾਂ ਪਿਆਰ ਕੀਤਾ। ਸਾਰੀਆਂ ਜਾਤਾਂ ਪਾਤਾਂ ਨੇ ਉਹਨਾਂ ਨੂੰ ਵੋਟ ਪਾਈ ਹੈ, ਉੱਥੇ ਦੇ ਲੋਕਾਂ ਨੇ। ਅੱਜ ਉਹ ਮੰਤਰੀ ਵੀ ਬਣੇ ਨੇ। ਸੋ ਇਹ ਗੱਲਾਂ ਨੂੰ ਧਿਆਨ 'ਚ ਰੱਖ ਕੇ ਇਹ ਗੱਲਾਂ ਸਮਝਣ। ਅੱਜ ਮੇਰੇ ਖਿਆਲ ਇੱਥੇ ਫਿਰ ਜਿਹੜਾ ਕੋਈ ਕ੍ਰਿਸਚਨ ਖਲੋ ਜੋ ਕਿ ਇਹਨੇ ਵੋਟ ਹੀ ਨਹੀਂ ਪਾਉਣੀ ਮੇਰੇ ਹਿਸਾਬ ਨਾਲ, ਜਿੱਦਾਂ ਦਾ ਮਾਹੌਲ ਪੈਦਾ ਕਰੀ ਜਾਂਦੇ, ਭਾਵੇਂ ਕਿੰਨੀਆਂ ਚੰਗੀਆਂ ਗੱਲਾਂ ਕਰੂ, ਕਿੰਨਾ ਵਧੀਆ ਕਰੂਗਾ। ਅੱਜ ਉੱਥੇ ਸਾਡੇ ਸਰਦਾਰ ਜਿੱਤੇ ਨੇ, ਕਿਹਦੇ ਕਰਕੇ ਜਿੱਤੇ ਨੇ? ਕ੍ਰਿਸਚਨਾਂ ਵੀ ਵੋਟ ਪਾਈ ਆ, ਸਾਰੇ ਜਾਤਾਂ। ਉਹਨਾਂ ਨੇ ਉਹਨਾਂ ਨੂੰ ਚੰਗੇ ਕੰਮ ਕੀਤੇ, ਕੰਮਾਂ ਨੂੰ ਵੋਟ ਪਾਈ ਹੈ। ਤੇ ਚੰਗੇ ਕੰਮ ਕਿਹਨੇ ਉਹਨਾਂ ਨੂੰ ਸਿਖਾਏ ਆ? ਗੁਰੂ ਗ੍ਰੰਥ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ। ਇਹਨਾਂ ਦੋਵਾਂ ਘਟਨਾਵਾਂ ਤੋਂ ਬਾਅਦ ਇੱਕ ਜਿਹੜੇ ਵਿਵਾਦਤ ਬਿਆਨ ਲਗਾਤਾਰ ਆਉਣੇ ਸ਼ੁਰੂ ਹੋ ਗਏ ਨੇ, ਜਿੱਥੇ ਨਿਹੰਗ ਜਥੇਬੰਦੀਆਂ ਵੱਲੋਂ ਪਹਿਲਾਂ ਬਿਆਨਬਾਜ਼ੀ ਕੀਤੀ ਕਿ ਕਿਸੇ ਕੀਮਤ 'ਤੇ ਜਿਹੜਾ ਇਹਨਾਂ ਨੂੰ ਪ੍ਰਚਾਰ ਨਹੀਂ ਕਰਨ ਦਿਆਂਗੇ। ਉੱਧਰੋਂ ਅੱਜ ਜਿਹੜੇ ਕ੍ਰਿਸਚਨ ਭਾਈਚਾਰੇ ਨਾਲ ਸੰਬੰਧਿਤ ਪਾਦਰੀ ਨੇ, ਕੁਝ ਉਹਨਾਂ ਦੇ ਬਿਆਨ ਆਏ ਨੇ ਕਿ ਜੇ ਵਿਦੇਸ਼ਾਂ ਵਿੱਚ ਇਹ ਕਥਾ ਕਰਨ ਜਾਣਗੇ ਜਾਂ ਪ੍ਰਚਾਰ ਕਰਨ ਜਾਣਗੇ ਤਾਂ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ, ਗੁਰਦੁਆਰਿਆਂ ਦੇ ਵਿੱਚ ਇਹਨਾਂ ਨੂੰ ਪ੍ਰਚਾਰ ਨਹੀਂ ਕਰਨ ਦਿਆਂਗੇ।
ਮੈਂ ਉਹੀ ਤਾਂ ਗੱਲ ਕਹਿ ਰਿਹਾ, ਉਹ ਤਾਂ ਸ਼ੁਰੂ ਹੋ ਗਿਆ ਕੰਮ। ਮੈਂ ਇਹੀ ਤਾਂ ਗੱਲ ਕਹਿ ਰਿਹਾ ਵੀ ਅੱਜ ਜਿਨ੍ਹਾਂ ਲਈ ਸਾਡਾ ਨੌਜਵਾਨ 50-50 ਲੱਖ ਰੁਪਈਆ, 20-20 ਲੱਖ ਰੁਪਈਆ, ਕਰੋੜ ਰੁਪਈਆ ਚੁੱਕੀ ਫਿਰਦੇ ਕਿ ਸਾਨੂੰ ਉਹਨਾਂ ਕੰਟਰੀਆਂ 'ਚ ਵਾੜ ਦਿਓ ਕਿਸੇ ਤਰੀਕੇ ਨਾਲ, ਏਜੰਟਾਂ ਦੇ ਮਗਰ ਤੁਰੇ ਫਿਰਦੇ ਆ। ਕਿਉਂਕਿ ਉਹ ਸੈਕੂਲਰ ਸੋਚ ਰੱਖਦੇ। ਉਹਨਾਂ ਨਹੀਂ ਕਦੀ ਇਹ ਤੁਹਾਨੂੰ ਕਿਹਾ ਵੀ ਤੁਸੀਂ ਗੁਰਦੁਆਰਾ ਇੱਥੇ ਕਿਉਂ ਬਣਾਉਂਦੇ ਜੇ। ਹਾਂ ਠੀਕ ਆ, ਉੱਥੇ ਕੋਈ ਇੱਕਾ ਦੁੱਕਾ ਕੋਈ ਘਟਨਾਵਾਂ ਕਿਤੇ ਸਾਲਾਨਾ ਹੋ ਜਾਣ ਤਾਂ ਮੈਂ ਕਹਿ ਨਹੀਂ ਸਕਦਾ, ਬਾਕੀ ਉੱਥੇ ਬਹੁਤ ਲੋਕ ਪਿਆਰ ਨਾਲ ਰਹਿੰਦੇ ਆ। ਔਰ ਤੁਸੀਂ ਵੇਖੋ ਟਰੂਡੋ ਜਿਹੜਾ ਪ੍ਰਾਈਮ ਮਿਨਿਸਟਰ ਹੈ, ਤੁਹਾਡੇ ਹਰ ਪ੍ਰੋਗਰਾਮ 'ਚ ਜਾਂਦਾ, ਅਤੇ ਆਪਣੀ ਆਬਾਦੀ ਕਿੰਨੇ % ਹੈ ਜੀ? ਕਿੰਨੇ % ਹੈ ਆਪਾਂ? ਉਹ ਇਸ ਕਰਕੇ ਨਹੀਂ ਜਾਂਦਾ ਕਿ ਤੁਸੀਂ, ਉਹ ਇਸ ਕਰਕੇ ਜਾਂਦਾ ਕਿ ਤੁਹਾਡੀ ਜਿਹੜੀ ਅਪਰੋਚ ਹੈ ਗੁਰੂ ਸਾਹਿਬਾਨ ਦੀ, ਜਿਹੜੀ ਹਿਊਮੈਨਿਟੀ, ਜਿਹੜਾ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਹੈ, ਉਹਦੀ ਜਿਹੜਾ ਚਾਨਣ ਮੁਨਾਰਾ, ਉਹਦੇ ਕਰਕੇ ਲੋਕ ਆਉਂਦੇ ਨੇ। ਇਹ ਭੁਲੇਖੇ 'ਚ ਬੈਠੇ ਨੇ ਸ਼ਾਇਦ ਕਿ ਤੁਹਾਡੇ ਕਰਕੇ ਆ ਜਾਂਦੇ ਨੇ। ਨਹੀਂ, ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਫਲਸਫਾ ਹੈ ਗੁਰੂ ਗ੍ਰੰਥ ਸਾਹਿਬ, ਉਹਦੇ ਕਰਕੇ ਲੋਕ ਆਉਂਦੇ ਨੇ। ਸੋ ਉਸ ਫਲਸਫੇ ਨੂੰ ਘਟਾਓ ਨਾ, ਉਹਦੀ ਹੋਂਦ ਨੂੰ ਘਟਾਓ ਨਾ, ਕਿਰਪਾ ਕਰਕੇ ਉਹਨੂੰ ਵਧਾਓ। ਅਤੇ ਵਧਾਉਣੀ ਪ੍ਰਚਾਰ ਨਾਲ, ਵਧਾਈ ਪ੍ਰਚਾਰ ਨਾਲ ਜਾਣੀ ਆ, ਸਮਝਾਉਣ ਦੇ ਨਾਲ ਜਾਣੀ ਆ, ਡਾਂਗ ਨਾਲ, ਸੋਟਿਆਂ ਨਾਲ ਇਹ ਨਹੀਂ ਸਮਝਣੀ। ਇਹ ਤੁਸੀਂ ਇਹਦੇ ਨਾਲ ਵਧੂਗਾ, ਖਲਾਰਾ ਵਧਣਾ, ਇਹ ਘਟਨਾ ਨਹੀਂ ਗਾ। ਜੰਡਿਆਲੇ ਦੀ ਘਟਨਾ ਤੋਂ ਬਾਅਦ ਹੁਣ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਵੱਲੋਂ ਅੱਜ ਇੱਕ ਜਿਹੜਾ ਸੂਚਨਾ ਕੇਂਦਰ ਦਾ ਉਦਘਾਟਨ ਕਰ ਦਿੱਤਾ ਗਿਆ। 2 ਸੂਚਨਾ ਕੇਂਦਰ ਖੋਲ੍ਹਣ ਦੀ ਗੱਲ ਕੀਤੀ ਗਈ। ਉੱਥੇ ਲਿਟਰੇਚਰ ਜਿਹੜਾ ਮੁਫਤ ਮਿਲੇਗਾ, ਧਾਰਮਿਕ ਕਿਤਾਬਾਂ ਜਿਹੜੀਆਂ ਮੁਫਤ ਮਿਲਣਗੀਆਂ। ਇਸ ਘਟਨਾ ਤੋਂ ਬਾਅਦ ਹੀ ਕਿਉਂ ਯਾਦ ਆਈ ਹੈ? ਇਸ ਤੋਂ ਪਹਿਲਾਂ ਵੀ ਤਾਂ ਸਿੱਖ ਬੜੇ ਦੇਰ ਦੇ ਜਿਹੜੇ ਨੇ ਉੱਥੇ ਨਤਮਸਤਕ ਹੋਣ ਆਉਂਦੇ ਨੇ, ਅੱਜ ਹੀ ਕਿਉਂ ਯਾਦ ਆਇਆ ਜੀ? ਬਦਕਿਸਮਤੀ ਹੈ ਸਿੱਖਾਂ ਦਾ ਧੁਰਾ ਹਰਿਮੰਦਰ ਸਾਹਿਬ, ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਕਿੰਨੇ ਇਤਿਹਾਸਿਕ ਜਗ੍ਹਾ ਸਾਡੇ ਲਾਗੇ ਨੇ ਸਾਰੀਆਂ। ਇਹ ਇੱਥੇ ਕਾਬਜ ਰਹੇ ਹੈ, ਇੱਕ ਪਰਿਵਾਰ ਕਾਬਜ ਰਿਹਾ ਵਾ। ਪਰਿਵਾਰ ਅੱਜ ਵੀ ਕਾਬਜ ਹੈ, ਅੱਜ ਵੀ ਉਹਦੀ ਸੋਚ ਚੱਲ ਰਹੀ ਹੈ। ਉਹ ਪਰਿਵਾਰ ਨੇ ਸਵਾਏ ਆਪਣੀ ਪਾਰਟੀ ਨੂੰ ਵਧਾਉਣ ਵਾਸਤੇ, ਸਵਾਏ ਆਪਣੀ ਪਾਰਟੀ ਦੀਆਂ ਰੈਲੀਆਂ ਤੋਂ, ਉਹਨੇ ਕਦੀ ਚਿੰਤਾ ਹੀ ਨਹੀਂ ਕੀਤੀ ਕਿ ਪਿੰਡਾਂ ਦੇ ਵਿੱਚ ਵੀ ਅਸੀਂ ਪੰਥਕ ਹੋਣੇ, ਕਿਉਂਕਿ ਸਾਨੂੰ ਦੂਜਿਆਂ ਨੂੰ ਤਾਂ ਸਿੱਖ ਮੰਨਦੇ ਹੀ ਨਹੀਂਗੇ। ਉਹ ਕਹਿੰਦੇ ਅਸੀਂ ਸਿੱਖ ਹਾਂ, ਅਸੀਂ ਲੰਬਰਦਾਰ ਹਾਂ, ਅਤੇ ਜ਼ਿੰਮੇਵਾਰੀ ਵੀ ਤੁਹਾਨੂੰ ਲੈਣੀ ਪੈਣੀ ਹੈ। ਜ਼ਿੰਮੇਵਾਰੀ ਕਿਸੇ ਨੇ ਨਹੀਂ ਲੈਣੀ। ਜੇ ਅੱਜ ਸਾਡੇ ਬੱਚਿਆਂ ਦਾ ਮੋਹ ਭੰਗ ਹੋਇਆ, ਜੇ ਸਾਡੀ ਗਰੀਬ ਜਨਤਾ ਸਾਡੇ ਤੋਂ ਟੁੱਟੀ ਹੈ, ਤਾਂ ਜ਼ਿੰਮੇਵਾਰ ਕੌਣ ਹੈ? ਅਕਾਲੀ ਦਲ, ਬਾਦਲ ਜ਼ਿੰਮੇਵਾਰ ਹੈ। ਕਿਉਂਕਿ ਜਿਹੜਾ ਪਰਚੀਆਂ 'ਚੋਂ ਜਥੇਦਾਰ ਕੱਢਦਾ ਸੀ, ਜਿਹੜਾ ਡਿਸਾਈਡ ਕਰਦਾ ਵੀ ਕਿੰਨੇ ਜਥੇਦਾਰ ਸਾਹਿਬ ਦੀ ਪਵਿੱਤਰ ਜਿਹੜੀ ਜਗ੍ਹਾ ਹੈ ਉਹ ਹੋਲਡ ਕਰਨੀ, ਕਿੰਨੇ ਨਹੀਂ ਕਰਨੀ, ਉਹ ਪਰਿਵਾਰ ਜ਼ਿੰਮੇਵਾਰ ਹੈ ਇਸ ਗੱਲ ਪ੍ਰਤੀ। ਆਖਰੀ ਸਵਾਲ ਮੇਰਾ ਔਜਲਾ ਜੀ, ਕਿ ਜਿਵੇਂ ਹੁਣ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ, ਉੱਧਰੋਂ ਪਾਦਰੀਆਂ ਦੀਆਂ ਸ਼ੁਰੂ ਹੋ ਗਈਆਂ ਨੇ ਕ੍ਰਿਸਚਨ ਭਾਈਚਾਰੇ ਵੱਲੋਂ, ਉੱਧਰੋਂ ਜਿਹੜੀਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਸ਼ੁਰੂ ਹੋ ਗਈਆਂ ਨੇ, ਇਹਨਾਂ ਦੋਵਾਂ ਦੇ ਵਿੱਚ ਜਿਹੜੀਆਂ ਬਿਆਨਬਾਜ਼ੀ ਚੱਲ ਰਹੀ, ਲੱਗਦਾ ਨਹੀਂ ਕਿ ਪੰਜਾਬ ਸਰਕਾਰ ਕਿਤੇ ਨਾ ਕਿਤੇ ਫਾੜੀ ਹੈ? ਪੰਜਾਬ ਸਰਕਾਰ ਦਾ ਅਜੇ ਤੱਕ ਕੋਈ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ, ਲੋਕਾਂ ਨੂੰ ਏਕਤਾ ਬਣਾਈ ਰੱਖਣ ਲਈ ਨਹੀਂ ਕਿਹਾ ਗਿਆ। ਹਾਂ, ਸਿਰਫ ਭਗਵੰਤ ਮਾਨ ਵੱਲੋਂ ਇਹ ਬਿਆਨ ਜ਼ਰੂਰ ਦੇ ਦਿੱਤਾ ਗਿਆ ਕਿ ਜੋ ਘਟਨਾ ਹੋਈ ਹੈ ਨਿੰਦਣਯੋਗ ਹੈ। ਦੇਖੋ ਇਹ ਸਰਕਾਰ ਤੇ ਪਤਾ ਨਹੀਂ ਕਿਸ ਤਰੀਕੇ ਨਾਲ ਦਿੱਲੀ ਤੋਂ ਚੱਲ ਰਹੀ ਹੈ। ਇਹ ਤੇ ਆਪਣੇ ਉਲਝਣਾਂ ਜੁਲਝੇ ਨੇ, ਇਹਨਾਂ ਨੂੰ ਤਾਂ ਇਹ ਚੀਜ਼ ਦਾ ਤਾਂ ਫਿਕਰ ਹੀ ਹੈ ਨਹੀਂਗਾ। ਇਹ ਚੀਜ਼ਾਂ ਤੇ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਕਿ ਜਿੱਦਾਂ ਦੇ ਬਿਆਨ ਆ ਰਹੇ, ਜਿੱਦਾਂ ਦੀ ਬੀਜੇਪੀ ਬਿਆਨ ਦੇ ਰਹੀ ਹੈ, ਉਸ ਤੋਂ ਬਾਅਦ ਜਥੇਦਾਰ ਸਾਹਿਬ ਦਾ ਬਿਆਨ ਆ ਗਿਆ 2 ਵਾਰੀ, ਇਹਨਾਂ ਨੂੰ ਉਦੋਂ ਦਾ ਨਹੀਂ ਸਮਝ ਲੱਗੀ। ਇਹ ਜਥੇਦਾਰ ਸਾਹਿਬ ਨੂੰ ਆ ਕੇ ਮਿਲ ਲੈਂਦੇ ਵੀ ਜਥੇਦਾਰ ਸਾਹਿਬ ਇਹ ਆਪਾਂ ਕੰਮ ਨਾ ਕਰੀਏ, ਸਰਕਾਰ ਉਹਨਾਂ ਨਾਲ ਗੱਲ ਕਰਦੀ। ਪਰ ਫਿਰ ਵੀ ਮੈਂ ਕਹੂੰਗਾ ਸਰਕਾਰ ਕਾਨੂੰਨ ਦਾ ਰਾਜ ਬਣਾ ਕੇ ਰੱਖੇ, ਕਿਉਂਕਿ ਅਸੀਂ ਸੈਕੂਲਰ ਸੰਵਿਧਾਨ ਹੈ, ਧਰਮ ਨਿਰਪੱਖ ਦੇਸ਼ ਹੈ। ਔਰ ਸਭ ਤੋਂ ਵੱਡੀ ਗੱਲ, ਸਾਡਾ ਧਰਮ ਨਿਰਪੱਖ ਹੈ। ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਧਰਮ ਨਿਰਪੱਖ ਹੈ, ਸਭਨਾਂ ਨੂੰ ਗੱਲ ਨਾਲ ਲਾਉਂਦਾ ਹੈ। ਸਾਡਾ ਹਰਿਮੰਦਰ ਸਾਹਿਬ ਤੁਸੀਂ ਦੇਖੋ ਪੌੜੀਆਂ ਨੀਵੀਆਂ ਹੋ ਕੇ ਜਾਂਦੇ ਆ, ਜਿਹਦੀ ਨੀਂਹ ਸੰਤ ਮਈ ਅਮੀਰ ਨੇ ਰੱਖੀ ਹੈ। 4 ਦਰਵਾਜ਼ੇ ਨੇ ਉਹਦੇ। ਔਰ ਇਹ ਜਿਹੜੀ ਕੋਈ ਤਾਕਤਾਂ ਇਹਦੇ ਪਿੱਛੇ ਸਾਨੂੰ ਕਿਸੇ ਧਰਮ ਨਾਲ ਲੜਾਉਣ ਦੀਆਂ ਗੱਲ ਕਰ ਰਹੀਆਂ ਨੇ, ਉਹ ਸਾਡੀਆਂ ਦੁਸ਼ਮਣ ਨੇ, ਉਹ ਕੋਈ ਸਾਡੇ ਮਿੱਤਰ ਨਹੀਂ ਗੇ। ਉਹ ਹਾਲਾਤ ਗਲਤ ਪੈ ਬੰਨੇ ਲੈ ਕੇ ਜਾਣਗੇ। ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਅੱਜ ਧਾਮੀ ਸਾਹਿਬ ਨਾਲ ਕੋਸ਼ਿਸ਼ ਕਰਨ ਲੱਗੇ ਨੇ, ਪਰ ਬਹੁਤ ਪਿੱਛੇ ਆ। ਪਹਿਲੋਂ ਦੇ ਇਲਾਜ ਗੁਰੂ ਰਾਮਦਾਸ ਹਸਪਤਾਲ ਫ੍ਰੀ ਕਰਾਓ, ਅਤੇ ਕੋਈ 5-7 ਸਕੂਲ ਕਾਲਜ ਖੋਲ੍ਹੋ ਲਾਗੇ ਬੰਨੇ, ਜਿਹੜੇ ICSE ਜਿਹਦੇ ਨਾਲ ਬੱਚਾ ਪੜ੍ਹ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਣੇ ਆਪ ਨੂੰ ਕਾਮਯਾਬ ਕਰ। ਬਿਲਕੁਲ ਜੀ, ਇਹ ਸਨ ਸਾਂਸਦ ਗੁਰਜੀਤ ਔਜਲਾ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ। ਡੱਡੂਵਾਣਾ ਤੇ ਪੱਟੀ ਦੇ ਠੱਕਰਪੁਰਾ ਵਿੱਚ ਜੋ ਘਟਨਾਵਾਂ ਵਾਪਰੀਆਂ ਉਹਨਾਂ ਦੀ ਨਿੰਦਾ ਕੀਤੀ, ਔਰ ਨਾਲ ਹੀ ਲੋਕਾਂ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਔਰ ਨਾਲ ਹੀ ਜਥੇਦਾਰ ਸਾਹਿਬ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ, ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਿੱਖ ਧਰਮ ਦੇ ਪ੍ਰਚਾਰ ਵੱਲ ਧਿਆਨ ਦਿੱਤਾ ਜਾਵੇ, ਨਾ ਕਿ ਜਿਹੜੇ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਦੋਵਾਂ ਧਰਮਾਂ ਨੂੰ ਆਪਸ ਵਿੱਚ ਵੰਡਣ ਦਾ ਯਤਨ ਨਾ ਕੀਤਾ ਜਾਵੇ, ਬਲਕਿ ਸਿੱਖੀ ਧਰਮ ਦੇ ਪ੍ਰਚਾਰ ਲਈ ਨਵੇਂ ਸਕੂਲ ਖੋਲ੍ਹੇ ਜਾਣ, ਨਵੀਆਂ ਸੰਸਥਾਵਾਂ ਖੋਲ੍ਹੀਆਂ ਜਾਣ, ਜਿੱਥੋਂ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਆ ਉਹ ਸਿੱਖ ਜਿਹੜਾ ਇਤਿਹਾਸ ਉਸ ਤੋਂ ਜਾਣੂ ਹੋ ਸਕੇ। ਸਰਵਨ ਸਿੰਘ ਰੰਧਾਵਾ, ਸਪੋਕਸਮੈਨ TV ਲਈ ਕੈਮਰਾਮੈਨ ਸਾਥੀ ਦੀਪਕ ਬਜਾਜ ਦੇ ਨਾਲ ਸ਼੍ਰੀ